Hello student, today our topic is key diagram of a 66 kV oblique 11 kV substation and substation equipment। ਆ ਇੱਕ ਡਾਇਗਰਾਮ ਮਤਲਬ ਜਿਹੜੀ ਫੋਟੋ ਹੈ ਖਿੱਚੀ ਹੋਈ ਹੈ ਕਿਸੇ ਇੱਕ ਸਬਸਟੇਸ਼ਨ ਦੀ, ਪਰਟੀਕੂਲਰ ਸਬਸਟੇਸ਼ਨ ਹੈ। ਕਹਿੰਦਾ ਕਿ ਇਸ ਸਬਸਟੇਸ਼ਨ ਦੇ ਵਿੱਚ ਇਹਦੀ ਕੀ ਡਾਇਗਰਾਮ ਆਪਾਂ ਡਿਸਕਸ ਕਰਨੀ ਆ ਤੇ ਇਹਦੇ ਵਿੱਚ ਜਿਹੜੇ ਇਕਵਿਪਮੈਂਟ ਲੱਗੇ ਹੈਗੇ ਆ ਮੇਨ ਉਹ ਆਪਾਂ ਅੱਜ ਆਪਣਾ ਟੌਪਿਕ ਹੈ ਜੋ ਆਪਾਂ ਇਹਦੇ ਵਿੱਚ ਡਿਸਕਸ ਕਰਨਾ ਹੈਗਾ। ਹੁਣ ਦੇਖੋ ਤੁਹਾਡੇ डायग्राम ਦੇ ਵਿੱਚ ਇੱਕ ਕੀ ਡਾਇਗਰਾਮ ਦਿਖਾਈ ਦੇ ਰਹੀ ਹੈ। ਆਪਾਂ ਇਹਦੇ ਬਾਰੇ ਤੁਹਾਨੂੰ ਪਹਿਲਾਂ ਇੱਕ ਕੱਲੀ ਕੀ ਡਾਇਗਰਾਮ ਬਣਾ ਕੇ ਮੈਂ ਸਮਝਾ ਚੁੱਕਾ ਹਾਂ, ਟੌਪਿਕ ਦੱਸ ਚੁੱਕਾ ਹਾਂ। ਉਹੀ ਡਾਇਗਰਾਮ ਹੈਗੀ ਕੀ ਡਾਇਗਰਾਮ ਸਾਰੀ। ਇਹਦੇ ਵਿੱਚ ਆਪਾਂ ਇਨਪੁਟ ਪੜ੍ਹੀ ਸੀਗੀ, ਆ ਦੋ ਬੱਸ ਬਾਰ ਜਾ ਰਹੀਆਂ, ਇੱਕ ਆ ਤੇ ਦੂਸਰੀ ਆ ਵਾਲੀ ਦੇਖੋ, ਇੱਕ ਦੋ ਬੱਸ ਬਾਰ ਜਾ ਰਹੀਆਂ ਹੈਗੀਆਂ। ਉਸ ਤੋਂ ਬਾਅਦ ਆ ਬੱਸ ਬਾਰ ਕਪਲਰ ਲੱਗਾ ਹੋਇਆ ਪੂਰਾ ਦਾ ਪੂਰਾ ਪੋਰਸ਼ਨ। ਇਸ ਤੋਂ ਆ ਜਿਹੜੇ ਚਾਰ ਪੋਰਸ਼ਨ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਆ, ਇਹ ਇੱਥੋਂ ਪਹਿਲੇ ਦੋ ਪੁਆਇੰਟਸ ਜਿਹੜੇ ਹੈਗੇ ਆ ਇਹ ਆਊਟਪੁੱਟ ਜਾ ਰਹੀ ਆ ਕੋਈ 66 kV। ਆ ਦੇਖੋ 66 kV ਲਾਈਨ ਦੀ ਕੋਈ ਆਊਟਪੁੱਟ ਹੈਗੀ ਆ। ਤੇ ਇੱਧਰਲੇ ਪਾਸਿਓਂ ਜਿਹੜੇ ਆ ਆਹ ਵਾਲੇ ਪੋਰਸ਼ਨ ਹੈਗਾ ਜਿਹੜਾ ਦੂਸਰਾ, ਇਹਦੇ ਵਿੱਚ ਜਿਹੜੇ ਦੋਨੇ ਪਾਸੇ ਸਭ ਬੱਸ ਦੇ ਵਿੱਚੋਂ ਸਿੰਗਲ ਡਾਇਗਰਾਮ ਆ। ਤੇ ਇੱਕ ਦੇਖੋ ਇੱਧਰਲੇ ਪਾਸੇ ਨੂੰ ਸਪਲਾਈ ਜਾ ਰਹੀ ਹੈਗੀ ਆ, ਇਹ ਹੈ 11 kV ਦੀ ਬੱਸ ਬਣਾਈ ਹੋਈ ਆ। ਦੂਜੀ ਕਿਸੇ ਹੋਰ ਫੀਡਰ ਨੂੰ ਸਪਲਾਈ ਜਾ ਰਹੀ ਹੈ, ਦੂਜੇ ਪਾਸੇ ਦੀ 11 kV ਦੀ ਜਿਹੜੀ ਆ ਇਹ ਲਾਈਨ ਬਣੀ ਹੋਈ ਆ। ਇਹ ਤੁਹਾਡੀ 11 kV ਆਊਟਗੋਇੰਗ ਇੱਧਰ ਆ, ਇੱਕ ਮਤਲਬ ਇੱਧਰ ਅਤੇ ਇੱਕ ਮਤਲਬ ਜਿਹੜਾ ਆਪਾਂ ਕੀ ਡਾਇਗਰਾਮ ਦਾ ਡਿਸਕਸ ਕੀਤੀ ਸੀਗੀ ਉਹੀ ਕੀ ਡਾਇਗਰਾਮ ਹੈਗੀ ਆ। ਇਹਦੇ ਵਿੱਚ ਇਨਕਮਿੰਗ ਜਿਹੜੀ ਆ ਦੋ ਮਤਲਬ ਸਾਈਡਸ ਤੋਂ ਆ ਰਹੀ ਹੈ, ਕਿਤੋਂ ਦੋ ਪਾਸੇ ਤੋਂ ਆ ਰਹੀ ਹੈ, ਕਿੱਥੋਂ ਆ ਰਹੀ ਹੈ ਸ਼ੋ ਨਹੀਂ ਕੀਤੀ ਇਹਦੇ ਵਿੱਚ। ਤਾਂ ਆਊਟਗੋਇੰਗ ਜਿਹੜੀ ਹੈ ਤਿੰਨ ਜਗ੍ਹਾ 'ਤੇ ਜਾ ਰਹੀ ਹੈ। ਇੱਕ ਪਾਸੇ ਤਾਂ ਸਿੱਧੀ 66 kV ਜਾ ਰਹੀ ਹੈ, ਮਤਲਬ ਇਨਕਮਿੰਗ ਆਈ 66 kV, ਆਊਟਗੋਇੰਗ ਆਪਾਂ ਭੇਜ ਦਿੱਤੀ, ਠੀਕ ਹੈ। ਉਹ ਹੈਗੀ ਆਹ ਵਾਲੀ, ਇਹਦੇ ਵਿੱਚ ਕੋਈ ਟਰਾਂਸਫਾਰਮਰ ਨਹੀਂ ਲੱਗਾ ਹੋਇਆ। ਤੇ ਦੂਜੀਆਂ ਸੀਗੀਆਂ ਦੋ ਆਊਟਗੋਇੰਗ ਸੀਗੀਆਂ 11 kV ਦੀਆਂ, ਉਹਦੇ ਵਿੱਚ ਅਲੱਗ-ਅਲੱਗ ਆਪਾਂ ਦੋ ਟਰਾਂਸਫਾਰਮਰਸ ਲਗਾਏ ਹੋਏ ਦੇਖੋ 11 kV ਦੇ। ਇੱਕ ਆ 66 kV ਟੂ 11 kV, ਦੂਜਾ 66 kV ਟੂ 11 kV। ਇਹ ਜਿਹੜੀ ਅਲੱਗ ਫੀਡਰ ਬਣਾਇਆ ਹੋਇਆ ਆਪਾਂ, ਔਰ ਇੱਧਰਲਾ ਜਿਹੜਾ ਇੱਕ ਅਲੱਗ ਫੀਡਰ ਬਣਾਇਆ। ਇਸ ਤਰ੍ਹਾਂ ਇਹ ਕੀ ਡਾਇਗਰਾਮ ਜਿਹੜੀ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਹੁਣ ਆਪਾਂ ਬਾਕੀ ਦੇ ਇਕਵਿਪਮੈਂਟ ਜਿਹੜੇ ਆ ਉਹ ਡਿਸਕਸ ਕਰ। ਹੁਣ ਇਹਦੇ ਵਿੱਚ ਦੇਖੋ ਸਬ ਸਟੇਸ਼ਨ ਇਕਵਿਪਮੈਂਟ। ਕਹਿੰਦਾ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਇਜ਼ ਏ ਸਬਸਟੇਸ਼ਨ ਫਰੋਮ ਵਿਚ ਇਲੈਕਟ੍ਰਿਕ ਸਪਲਾਈ ਇਜ਼ ਡਿਸਟ੍ਰੀਬਿਊਟਡ ਟੂ ਦਾ ਡਿਫਰੈਂਟ ਯੂਜ਼ਰ। ਮਤਲਬ ਡਿਫਰੈਂਟ ਯੂਜ਼ਰਸ ਨੂੰ ਆਪਾਂ ਸਪਲਾਈ ਡਿਸਟ੍ਰੀਬਿਊਟ ਕਰਦੇ ਹੈਗੇ ਆ। ਜਿਹੜਾ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਹੁੰਦਾ ਹੈਗਾ ਉਹਦੇ ਵਿੱਚ ਕਹਿੰਦਾ ਇਨ ਸਬਸਟੇਸ਼ਨ ਦੇਅਰ ਆਰ ਨੰਬਰ ਆਫ ਇਨਕਮਿੰਗ ਐਂਡ ਆਊਟਗੋਇੰਗ ਸਰਕਟਸ। ਜਿਹੜਾ ਆਪਾਂ ਪਹਿਲਾਂ ਕੀ ਡਾਇਗਰਾਮ ਦੇਖਿਆ ਵੀ ਨੰਬਰ ਆਫ ਇਨਕਮਿੰਗ ਵਿੱਚ ਦੋ ਜਗ੍ਹਾ ਤੋਂ ਸਪਲਾਈ ਰਹੀ ਸੀ, ਐਂਡ ਨੰਬਰ ਆਫ ਆਊਟਗੋਇੰਗ ਫੀਡਰਸ ਜਿਹੜੇ ਆ ਆਊਟਗੋਇੰਗ ਦੇ ਵਿੱਚ ਆਪਾਂ ਤਿੰਨ ਜਗ੍ਹਾ 'ਤੇ ਦਿੰਦੇ, ਇੱਕ 66 kV ਤੇ ਦੂਜੀ ਉਹਨੂੰ ਸਟੈਪ ਡਾਊਨ ਕਰਕੇ 11 kV ਦੇ ਦੋ ਫੀਡਰ ਬਣਾਏ ਸੀਗੇ, ਠੀਕ ਹੈ। ਈਚ ਹੈਵਿੰਗ ਇਟਸ ਆਈਸੋਲੇਟਰ। ਤੇ ਹਰ ਇੱਕ ਸਪਲਾਈ ਦਾ ਜਿਹੜੇ ਵਿੱਚ ਜੋ ਲੱਗਾ ਹੁੰਦਾ ਉਹਦੇ ਵਿੱਚ ਕੀ ਲੱਗਾ ਹੁੰਦਾ, ਆਈਸੋਲੇਟਰ, ਸਰਕਟ ਬ੍ਰੇਕਰ, ਟਰਾਂਸਫਾਰਮਰ। ਅਗਰ ਸਪਲਾਈ ਜਿਹੜੀ ਹੈ ਤੁਸੀਂ ਸਟੈਪ ਡਾਊਨ ਕਰਨੀ ਹੈ ਜਾਂ ਸਟੈਪ ਅਪ ਕਰਨੀ ਹੈ ਫਿਰ ਉਹ ਸਬਸਟੇਸ਼ਨ ਦੇ ਵਿੱਚ ਟਰਾਂਸਫਾਰਮਰ ਲੱਗਾ ਹੋਏਗਾ, ਨਹੀਂ ਤਾਂ ਸਿੱਧਾ ਆਈਸੋਲੇਟਰ ਤੇ ਸਰਕਟ ਬ੍ਰੇਕਰ ਲੱਗਣੇ ਹੋਣਗੇ, ਠੀਕ ਹੈ ਨਾ। ਕਨੈਕਟਿੰਗ ਬੱਸਬਾਰ ਸਿਸਟਮ ਨੂੰ ਕਨੈਕਟ ਕੀਤਾ ਹੁੰਦਾ ਇਹ ਸਾਰਾ ਕੁਝ ਆਈਸੋਲੇਟਰ, ਸਰਕਟ ਬ੍ਰੇਕਰ ਤੇ ਟਰਾਂਸਫਾਰਮਰ। ਕਹਿੰਦਾ ਦੀਜ਼ ਇਕਵਿਪਮੈਂਟ ਆਰ ਮੋਸਟਲੀ ਸਟੈਟਿਕ ਟਾਈਪ, ਮਤਲਬ ਸਟੈਟਿਕ ਟਾਈਪ, ਰੋਟਰੀ ਟਾਈਪ ਨਹੀਂ ਹੁੰਦੇ, ਇਹ ਸਟੈਟਿਕ ਡਿਵਾਈਸਿਸ ਹੁੰਦੀਆਂ ਸਾਰੀਆਂ। ਕਹਿੰਦਾ safety and protection of equipment as well as working person is also a considerable factor. Lightning arresters, earthing of equipment and fencing is done for this purpose। ਮਤਲਬ ਕਹਿੰਦਾ ਆਪਣੀ ਸੇਫਟੀ ਵੀ ਬਹੁਤ ਜ਼ਰੂਰੀ ਆ, ਉਹਦੇ ਲਈ ਆਪਾਂ ਕਹਿੰਦਾ ਲਾਈਟਨਿੰਗ ਅਰੈਸਟਰਸ ਲਗਾਉਂਦੇ ਆ, ਫਿਰ ਅਰਥਿੰਗ ਕਰਦੇ ਹਾਂ ਸਾਰੇ ਇਕਵਿਪਮੈਂਟਸ ਦੀ ਤਾਂ ਕਿ ਹਿਊਮਨ ਬੀਇੰਗ ਦੀ ਸੇਫਟੀ ਰਹੇ। ਫੈਂਸਿੰਗ ਕਰਦੇ ਹਾਂ ਤਾਂ ਕਿ ਆਊਟਸਾਈਡਰ ਕੋਈ ਸਾਡੇ ਡਾਇਰੈਕਟ ਸਿੱਧਾ ਸਾਡੇ ਸਬਸਟੇਸ਼ਨ ਦੇ ਵਿੱਚ ਐਂਟਰ ਨਾ ਕਰ ਸਕੇ, ਉਹਦੇ ਲਈ ਕਹਿੰਦਾ ਆਪਾਂ ਫੈਂਸਿੰਗ ਵਗੈਰਾ ਲਗਾ ਕੇ ਇਹ ਸਾਰਾ ਕਰਦੇ ਹੈਗੇ, ਸਿਸਟਮ ਨੂੰ ਬਣਾਉਂਦੇ ਅੱਗੇ ਆਪਾਂ ਇਹਦੇ ਬਾਰੇ ਹੁਣ ਡਿਸਕਸ ਕਰਦੇ। ਹੁਣ ਇਹਦੇ ਵਿੱਚ ਦੇਖੋ ਤੁਸੀਂ ਦਾ ਫੋਲੋਇੰਗ ਇਕਵਿਪਮੈਂਟ ਆਰ ਇੰਸਟਾਲਡ ਇਨ ਡਿਸਟ੍ਰੀਬਿਊਸ਼ਨ ਸਿਸਟਮ ਸਬਸਟੇਸ਼ਨ। ਕਿਹੜਾ ਸਭ ਤੋਂ ਪਹਿਲਾਂ ਮੇਨ ਕਿਸੇ ਵੀ ਸਬਸਟੇਸ਼ਨ ਦੇ ਵਿੱਚ ਮੇਨ ਜਿਹੜੀ ਆ ਚੀਜ਼ ਹੁੰਦੀ ਹੈ ਟਰਾਂਸਫਾਰਮਰ। ਉਹ ਡੈਟ ਮੇ ਵੀ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ, ਡੈਟ ਵੀ ਟਰਾਂਸਮਿਸ਼ਨ ਟਰਾਂਸਫਾਰਮਰ। ਜਿਹੜਾ ਵੀ ਆਪਾਂ ਸਪਲਾਈ ਮਤਲਬ ਆਪਾਂ ਭੇਜਣੀ ਆ ਅਗਾਂਹ ਫਰਦਰ, ਉਹ ਸਟੈਪ ਡਾਊਨ ਕਰਕੇ ਅਗਰ ਭੇਜਣੀ ਆ ਜਾਂ ਸਟੈਪ ਅਪ ਕਰਕੇ ਭੇਜਣੀ ਤਾਂ ਉੱਥੇ ਟਰਾਂਸਫਾਰਮਰ ਬਹੁਤ ਜ਼ਰੂਰੀ ਹੈ। ਅਤੇ ਕਿਉਂਕਿ ਇਹ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਹੈਗਾ ਇਸ ਕਰਕੇ ਇੱਥੇ ਸਭ ਤੋਂ ਪਹਿਲਾਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਲੱਗਾ ਹੋਏਗਾ ਇੱਕ, ਫਿਰ ਨੰਬਰ 2 'ਤੇ ਸਰਕਟ ਬ੍ਰੇਕਰਸ ਹੋਣਗੇ, ਨੰਬਰ 3 'ਤੇ ਲਾਈਟਿੰਗ ਅਰੈਸਟਰਸ ਹੋਣਗੇ, ਫਿਰ 에ਅਰ ਬ੍ਰੇਕ ਔਰ ਸਵਿਚਿਸ ਜਿਹਨੂੰ ਆਪਾਂ ਆਈਸੋਲੇਟਰਸ ਕਹਿੰਦੇ ਉਹ ਹੋਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਹੋਏਗਾ ਆਈਸੋਲੇਟਰਸ ਹੋ ਗਏ, ਫਿਰ ਬੱਸ ਬਾਰ ਜਿਹੜੀ ਆਪਾਂ ਹੁਣੇ ਡਿਸਕਸ ਕਰਦੇ ਬੱਸ ਬਾਰ ਹੋਏਗੀ, ਕੈਪੈਸਿਟਰ ਬੈਂਕ ਹੋਏਗਾ, ਫਿਰ ਅਰਥਿੰਗ ਕੀਤੀ ਹੋਏਗੀ, ਫੈਂਸਿੰਗ ਹੋਏਗੀ ਅਤੇ ਡਿਸਟ੍ਰੀਬਿਊਸ਼ਨ ਪੈਨਲ ਬੋਰਡ ਹੋਏਗਾ। ਡਿਸਟ੍ਰੀਬਿਊਸ਼ਨ ਪੈਨਲ ਬੋਰਡ ਜਿੱਥੋਂ ਆਪਾਂ ਫਰਦਰ ਸਪਲਾਈ ਅਗਰ ਲੋਕਲ ਆਪਾਂ ਲੈਣੀ ਹੈਗੀ ਆਪਣੇ ਸਬਸਟੇਸ਼ਨ 'ਤੇ ਉਹ ਜਾਂ ਕਿਤੇ ਬਾਹਰ ਭੇਜਣੀ ਜਿਹੜੀ ਉਹ ਡਿਸਟ੍ਰੀਬਿਊਸ਼ਨ ਪੈਨਲ ਲੱਗਾ ਹੋਏਗਾ। ਇਸ ਤਰ੍ਹਾਂ ਇਹ ਜਿਹੜੇ ਪਾਰਟਸ ਹੈਗੇ ਆ ਇੱਕ ਸਬਸਟੇਸ਼ਨ ਦੇ।
ਹੁਣ ਦੇਖੋ ਇੱਕ ਨੰਬਰ ਤੇ ਹੈ ਡਿਸਟ੍ਰੀਬਿਊਸ਼ਨ ट्रांसफार्मर। डिस्ट्रीब्यूशन ट्रांसफार्मर कहता द डिस्ट्रीब्यूशन ट्रांसफार्मर इज़ ए मेन एंड लार्जेस्ट इक्विपमेंट ऑफ डिस्ट्रीब्यूशन सबस्टेशन। मतलब कोई सबस्टेशन का कहता मेन तो लार्जेस्ट इक्विपमेंट होंदा है। ये कहता इट इज़ बेसिकली ए स्टैटिक इलैक्ट्रिकल डिवाइस विच स्टैप्स डाउन द प्राइमरी वोल्टेज ऑफ 33 और 11 kV टू सैकेंडरी डिस्ट्रीब्यूशन वोल्टेज 415 तो 440 वोल्ट। मतलब एक 33 kV या 11 kV की जी अपनी लाइन पिछों आ रही है उन्होंने यह 415 ਜਾਂ 440 ਵੋਲਟਸ ਦੇ ਵਿੱਚ ਕਨਵਰਟ ਕਰ ਦਿੰਦਾ ਬਿਟਵੀਨ ਫੇਜ਼ਿਸ ਐਂਡ 215 ਵੋਲਟ ਬਿਟਵੀਨ ਫੇਜ਼ ਐਂਡ ਨਿਊਟਰਲ। 215 ਵੋਲਟ ਜਾਂ 220 ਵੋਲਟ ਜਿਹੜੀ ਆ ਫੇਜ਼ ਤੇ ਨਿਊਟਰਲ ਦੇ ਵਿੱਚ ਦਿੰਦਾ ਹੈਗਾ। ਅਗਰ ਫੇਸ ਟੂ ਫੇਸ ਵੋਲਟੇਜ ਟਰਾਂਸਫਾਰਮਰ ਤੋਂ ਲੈਣੀ ਹੈ ਤਾਂ ਬਣ ਜਾਂਦੀ ਹੈ 415 ਤੋਂ 440 ਵੋਲਟਸ ਥਰੂ ਡੈਲਟਾ ਸਟਾਰ ਵਾਈਂਡਿੰਗ ਬਾਈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਵਿਦਾਊਟ ਚੇਂਜਿੰਗ ਇਨ ਫ੍ਰੀਕੁਐਂਸੀ। ਕਹਿੰਦਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਾਲ ਵਾਈਂਡਿੰਗ ਦੇ ਵਿੱਚ ਸਟਾਰ ਡੈਲਟਾ ਕਨੈਕਸ਼ਨ ਕੀਤਾ ਹੋਇਆ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਾਲ ਜਿਹੜੀ ਇਹ ਸਟੈਪ ਡਾਊਨ ਵੋਲਟੇਜ ਹੁੰਦੀ ਹੈਗੀ ਤਾਂ ਵਿਦਾਊਟ ਚੇਂਜ ਇਨ ਫ੍ਰੀਕੁਐਂਸੀ ਉੱਤੇ ਫ੍ਰੀਕੁਐਂਸੀ ਵਿੱਚ ਕੋਈ ਚੇਂਜ ਨਹੀਂ ਆਉਂਦੀ। ਇਸ ਤਰ੍ਹਾਂ ਦਾ ਇਹ ਆਪਣਾ ਇਹ ਮਤਲਬ ਇੱਕ ਟਰਾਂਸਫਾਰਮਰਸ ਜਿਹੜੇ ਹੁੰਦੇ ਹੈਗੇ ਆ। ਇਹਦੇ ਵਿੱਚ ਹੁਣ ਤੁਸੀਂ ਆਪਾਂ ਬਾਈ ਪਾਰਟ ਦੇਖਦੇ ਹਾਂ ਵੀ ਕਿਹੜੇ ਕਿਹੜੇ ਪਾਰਟਸ ਹੁੰਦੇ ਇੱਕ ਟਰਾਂਸਫਾਰਮਰ ਦੇ। ਸਿੰਪਲੀ ਭਾਵੇਂ ਆਪਾਂ ਇਕੱਲਾ ਟਰਾਂਸਫਾਰਮਰ ਤਾਂ ਪਤਾ ਲੱਗ ਗਿਆ ਪਰ ਇਹਦੇ ਵਿੱਚ ਕਿਹੜੇ ਕਿਹੜੇ ਪਾਰਟ ਦੇਖੋ। ਸਭ ਤੋਂ ਪਹਿਲਾਂ ਉੱਪਰਲੇ ਪਾਸੇ ਸਭ ਤੋਂ ਟੌਪ 'ਤੇ ਇੱਕ ਗੋਲ ਸਿਲੰਡਰੀਕਲ ਸਿਲੰਡਰ ਹੁੰਦਾ ਆ ਕੰਟੇਨਰ ਹੁੰਦਾ। ਇਹਨੂੰ ਆਪਾਂ ਕਹਿੰਦੇ ਆ ਕੰਜ਼ਰਵੇਟਰ ਟੈਂਕ। ਕੀ ਕਹਿੰਦੇ ਆ ਕੰਜ਼ਰਵੇਟਰ ਟੈਂਕ। ਹੁਣ ਇਹਦੇ ਇੱਧਰਲੇ ਪਾਸੇ ਦੇਖੋ ਆਹ ਟੈਂਕ ਜਿਹੜਾ ਹੈ ਇਹਦੇ ਨਾਲ ਇੱਥੇ ਪਾਸੇ ਆ ਜਿਹੜਾ ਜਿੱਥੇ ਮੇਰਾ ਕਰਸਰ ਹੈ ਇਸ ਵੇਲੇ ਮੂਵ ਕਰ ਰਿਹਾ ਇਹ ਛੋਟੀ ਜਿਹੀ ਡੱਬੀ ਲੱਗੀ ਦਿਖਾਈ ਦੇ ਰਹੀ ਹੈ। ਦਿਸ ਇਜ਼ ਅ ਬਕਲਜ਼ ਰਿਲੇ। ਇਹ ਟਰਾਂਸਫਾਰਮਰ ਦੀ ਪ੍ਰੋਟੈਕਸ਼ਨ ਵਾਸਤੇ ਆਪਾਂ ਇੱਕ ਰਿਲੇ ਲਾਈ ਹੋਈ ਆ। ਇਹਨੂੰ ਆਪਾਂ ਕਹਿੰਦੇ ਆ ਬਕਲਜ਼ ਰਿਲੇ। ਠੀਕ ਆ। ਇੱਥੇ ਆ ਛੋਟਾ ਜਿਹਾ ਤੁਹਾਨੂੰ ਦਿਖਦਾ ਪੁਆਇੰਟ ਇਹ ਆ ਆਇਲ ਇਨਲੈਟ ਵਾਲ ਜਿੱਥੋਂ ਆਪਾਂ ਟਰਾਂਸਫਾਰਮਰ ਦੇ ਵਿੱਚ ਆਇਲ ਫਿਲ ਕਰਨਾ ਹੈਗਾ। ਠੀਕ ਹੈ। ਐਂਡ ਦਿਸ ਇਜ਼ ਅ ਬਰੀਦਰ। ਬਰੀਦਰ ਦਾ ਮਤਲਬ ਹੁੰਦਾ ਜਿਹੜਾ ਸਾਡਾ ਟਰਾਂਸਫਾਰਮਰ ਹੈ ਉਹ ਸਾਹ ਲੈ ਰਿਹਾ। ਆ ਦੇਖੋ ਪਾਈਪ ਇੱਥੇ ਬਰੀਦਰ ਤੋਂ ਉੱਪਰ ਜਾ ਕੇ ਟਰਾਂਸਫਾਰਮਰ ਜਿਹੜਾ ਇਸ ਪਾਈਪ ਦੇ ਨਾਲ ਕੰਜ਼ਰਵੇਟਰ ਨਾਲ ਜੁੜਿਆ ਹੋਇਆ ਅਤੇ ਕੰਜ਼ਰਵੇਟਰ ਜਿਹੜਾ ਉਹ ਫਰਦਰ ਆਪਣੇ ਟੈਂਕ ਨਾਲ ਜੁੜਿਆ ਹੋਇਆ। ਇਹ ਮਤਲਬ ਸਾਡਾ ਕਹਿ ਸਕਦੇ ਹਾਂ ਕਿ ਸਾਹ ਲੈਣ ਦੀ ਪ੍ਰਣਾਲੀ ਹੈ। ਟਰਾਂਸਫਾਰਮਰ ਜਦੋਂ ਆਇਲ ਐਕਸਪੈਂਡ ਹੁੰਦਾ ਜਾਂ ਫਿਰ ਮੁੜ ਕੇ ਸ਼ਰਿੰਕ ਕਰਦਾ ਹੈਗਾ ਤਾਂ ਇਹਦੇ ਥਾਣੀ ਏਅਰ ਜਿਹੜੀ ਸਾਡੇ ਟੈਂਕ ਦੇ ਵਿੱਚ ਇੰਨਾ ਕਰਦੀ ਆ। ਇਹ 'ਚ ਸਿਲਕਾ ਜੈਲ ਫਿਲ ਕੀਤਾ ਹੁੰਦਾ ਹੈਗਾ। ਸਿਲਕਾ ਜੈਲ ਹੁੰਦਾ ਕਿ ਜਿਹੜਾ ਸਾਡੀ ਏਅਰ ਦੇ ਵਿੱਚ ਮੋਇਸਚਰ ਹੈ ਕਿਉਂਕਿ ਏਅਰ ਇਹਦੇ ਥਾਣੀ ਐਂਟਰ ਕਰਨੀ ਹੈ ਜੇ ਜਿਹੜਾ ਏਅਰ 'ਚ ਮੋਇਸਚਰ ਉਹ ਸਿਲਕਾ ਜੈਲ ਦੇ ਵਿੱਚ ਅਬਜ਼ੋਰਬ ਹੋ ਜਾਂਦਾ ਅਤੇ ਜਿਹੜੀ ਫਰੈਸ਼ ਏਅਰ ਜਾਂ ਡਰਾਈ ਏਅਰ ਜਿਹੜੀ ਅੰਦਰ ਜਾਂਦੀ ਹੈਗੀ ਆ। ਔਰ ਇਹ ਜਿਹੜਾ ਸਿਲਕਾ ਜੈਲ ਦਾ ਟਾਈਮ ਟੂ ਟਾਈਮ ਆਪਾਂ ਚੇਂਜ ਕਰਦੇ ਰਹਿੰਦੇ ਹਾਂ। ਜਦੋਂ ਇਹ 'ਚ ਜ਼ਿਆਦਾ ਮੋਇਸਚਰ ਆਉਂਦਾ ਖਤਮ ਹੋ ਜਾਂਦਾ ਹੈ ਫਿਰ ਆਪਾਂ ਇਹਨੂੰ ਚੇਂਜ ਕਰ ਦਿੰਦੇ ਹੈਗੇ ਆ। ਉਸ ਤੋਂ ਬਾਅਦ ਥੱਲੇ ਦੇਖੋ ਆਇਲ ਅੰਦਰਲਾ ਪੋਰਸ਼ਨ ਦਿਖਾਇਆ 3 ਵਾਈਂਡਿੰਗਸ ਦਿਖਾਈਆਂ ਹੋਈਆਂ ਤਾਂ ਥੱਲੇ ਆਇਲ ਜਿਹਾ ਦਿਖਾਇਆ ਮੀਨਸ ਟਰਾਂਸਫਾਰਮਰ ਜਿਹੜਾ ਆਇਲ ਫਿਲਡ ਹੁੰਦਾ ਹੈਗਾ ਇਸ ਕਰਕੇ ਜਿਹੜਾ ਆਇਲ ਹੈ ਇਹ ਸ਼ੋ ਕਰਦਾ ਹੈ। ਅਤੇ ਆ ਨਾਲ ਹੀ ਆਪਾਂ ਟਰਾਂਸਫਾਰਮਰ ਨੂੰ ਇਸ ਲਾਸਟ ਵਾਲੇ ਜਿੱਥੇ ਮੇਰਾ ਇਸ ਵੇਲੇ ਕਰਸਰ ਦੇਖੋ ਇੱਥੋਂ ਇਹ ਥੱਲੇ ਨੂੰ ਇਹ ਕੀ ਕੀਤਾ ਹੋਇਆ ਹੈ ਅਰਥ ਕੀਤਾ ਹੋਇਆ ਪੁਆਇੰਟ ਨੂੰ। ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਦੂਜੇ ਪਾਸੇ ਆ ਜਾਓ। ਹੁਣ ਇੱਧਰਲੇ ਪਾਸੇ ਨੂੰ ਆਪਾਂ ਦੇਖਦੇ ਹਾਂ ਕੀ ਹੈ ਕਿ ਇਸੇ ਟਰਾਂਸਫਾਰਮਰ ਦੇ ਵਿੱਚ ਕੀ ਹੈ ਐਕਸਪਲੋਜਨ ਵਾਲਵ ਹੈਗਾ ਜਿੱਥੇ ਕਿ ਦੂਜਾ ਪਾਇਆ ਹੈ ਡਾਇਫਰਾਮ ਆਇਲ ਲੈਵਲ ਇੰਡੀਕੇਟਰ। ਆ ਜਿਹੜਾ ਆਇਲ ਲੈਵਲ ਇੰਡੀਕੇਟਰ ਆ ਇਹ ਹੈ ਐਕਸਪਲੋਜਨ ਵਾਲ ਡਾਇਫਰਾਮ ਦਾ ਆੜਾ ਪੋਰਸ਼ਨ ਆ। ਅਗਰ ਪਰਮਾਤਮਾ ਨਾ ਕਰੇ ਇਹਦੇ ਵਿੱਚ ਕੋਈ ਐਕਸਪਲੋਜਨ ਹੋਵੇ ਤਾਂ ਇਸ ਤਰ੍ਹਾਂ ਦੀ ਜਿਹੜੀਆਂ ਗੈਸਿਸ ਜਾਂ ਆਇਲ ਵਗੈਰਾ ਜਿਹੜਾ ਉਹ ਬਾਹਰ ਆ ਸਕਦਾ ਜਾਂ ਕਹਿ ਸਕਦੇ ਸੇਫਟੀ ਵਾਲ ਹੈਗਾ। ਠੀਕ ਆ। ਆੜੀ ਇੰਡੀਕੇਸ਼ਨ ਜਿੱਥੇ ਇਸ ਵੇਲੇ ਮੇਰਾ ਐਰੋ ਚੱਲ ਰਿਹਾ ਇਹ ਕੀ ਆ ਇਹ ਮਤਲਬ ਜਿਹੜਾ ਕੰਜ਼ਰਵੇਟਰ ਟੈਂਕ ਆ ਉਹਦੇ ਵਿੱਚ ਇੰਡੀਕੇਟਰ ਲਗਾਇਆ ਹੋਇਆ ਆਇਲ ਲੈਵਲ ਚੈੱਕ ਕਰਨ ਲਈ ਵੀ ਕਿੰਨਾ ਸਾਡੇ ਵਿੱਚ ਇਸ ਵੇਲੇ ਆਇਲ ਲੈਵਲ ਹੈ। ਠੀਕ ਹੈ ਜੀ। ਉਸ ਤੋਂ ਬਾਅਦ HT ਟਰਮੀਨਲਸ। ਹੁਣ ਆਹ ਜਿਹੜੇ ਟਰਮੀਨਲਸ ਇੱਥੇ ਸ਼ੋ ਕਰਦੇ ਪਏ ਹੈਗੇ ਉੱਪਰਲੇ ਪਾਸੇ ਆ ਦੇਖੋ ਜਿੱਥੇ ਐਰੋ ਜਾ ਰਿਹਾ ਹੈਗਾ ਇਹ ਹੈ HT ਟਰਮੀਨਲ। HT ਟਰਮੀਨਲ ਹੁੰਦਾ ਹੈ ਹਾਈ ਟੈਂਸ਼ਨ। ਹਾਈ ਟੈਂਸ਼ਨ ਮੀਨਸ ਜਿਹੜੀ ਹਾਈ ਵੋਲਟੇਜ ਜਿਸ ਸਾਈਡ ਤੋਂ ਜੇ 66 kV ਆ 33 kV ਆ 11 kV ਆ ਇਹਨੂੰ ਆਪਾਂ HT ਟਰਮੀਨਲਸ ਕਹਾਂਗੇ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਟੈਂਪਰੇਚਰ ਗੇਜ ਇਹਦੇ ਵਿੱਚ ਸ਼ੋ ਨਹੀਂ ਕਰਦੀ ਹੈਗੀ। ਦਿਸ ਹੈ ਟੈਪ ਚੇਂਜਰ ਮੈਨੂਅਲੀ ਓਪਰੇਟਡ। ਹੁਣ ਟੈਪ ਚੇਂਜਰ ਦਾ ਮਤਲਬ ਅਗਰ ਵਾਈਂਡਿੰਗ ਦੇ ਵਿੱਚ ਥੋੜ੍ਹਾ ਜਿਹੀ ਵੋਲਟੇਜ ਘੱਟ ਰਹੀ ਹੈ ਆਪਣੇ ਮਤਲਬ ਡਿਊ ਟੂ ਸਮ ਲੌਸਿਸ ਤਾਂ ਆਪਾਂ ਵਾਈਂਡਿੰਗ ਐਡ ਕਰਕੇ ਜਿਹੜੀ ਆਊਟਗੋਇੰਗ ਵੋਲਟੇਜ ਆ ਉਹਨੂੰ ਆਪਾਂ ਇਨਕਰੀਜ਼ ਕਰ ਸਕਦੇ ਹਾਂ। ਮੈਨੂਅਲ ਹੈ ਟੈਪ ਚੇਂਜਿੰਗ ਤੁਸੀਂ ਜਿੰਨੀ ਮਰਜ਼ੀ ਆਪਣੇ ਹਿਸਾਬ ਨਾਲ ਕਰ ਸਕਦੇ ਹੈਗੇ ਆ ਵੋਲਟੇਜ ਨੂੰ। ਮਤਲਬ ਇਹ ਨਹੀਂ ਕਿ ਜਿੱਦਾਂ ਮਤਲਬ 440 ਦਾ 415 ਤੋਂ 440 ਹੈ ਸਪੋਜ਼ ਕਰੋ 415 ਦੇ ਵਿੱਚ 400 ਹੀ ਰਹਿੰਦੀ ਸਾਡੀ ਵੋਲਟੇਜ ਫਿਰ ਆਪਾਂ ਟੈਪ ਚੇਂਜਿੰਗ ਕਰਨੀ ਹੈਗੀ ਤਾਂ ਕਿ ਥੋੜ੍ਹੀ ਵੋਲਟੇਜ ਇਨਕਰੀਜ਼ ਕਰ ਜਾਵੇ। ਠੀਕ ਹੈ। ਆੜੇ ਪਾਈਪ ਸਾਈਡਾਂ ਥਾਣੀ ਦੇਖਦੇ ਪਏ ਦੇਖੋ ਇਹ ਪਾਈਪ ਜਿਹੜੇ ਬਾਹਰ ਨੂੰ ਨਿਕਲੇ ਹੋਏ ਆ ਦੀਜ਼ ਆਰ ਦਾ ਕੂਲਿੰਗ ਟਿਊਬਸ। ਜਿਹੜਾ ਟਰਾਂਸਫਾਰਮਰ ਆਇਲ ਜਦੋਂ ਗਰਮ ਹੋ ਜਾਂਦਾ ਅਤੇ ਇਹਦੇ ਥਾਣੀ ਆਪਾਂ ਕੂਲਿੰਗ ਟਿਊਬਸ ਹੈਗੀਆਂ ਇਹਦੇ ਥਾਣੀ ਆਪਾਂ ਉਹਦੀ ਕੂਲਿੰਗ ਕਰਦੇ ਹੈਗੇ ਆ। ਆਹ ਟੈਂਕ ਹੈਗਾ ਫਿਰ ਵੀਲ ਹੈਗੇ ਆ ਅਤੇ ਲਾਸਟ ਵਿੱਚ ਹੈਗਾ ਆਇਲ ਆਊਟਲੈਟ ਡਰੇਨ ਕੌਕ।
ਮਤਲਬ ਬਿਲਕੁਲ ਐਨ ਬਾਟਮ ਦੇ ਉੱਤੇ ਕੌਕ ਲਗਾਇਆ, ਵਾਲ ਲੱਗਾ ਹੋਇਆ। ਜੇਕਰ ਆਪਾਂ ਨੂੰ ਖੋਲ ਦਾਂਗੇ ਤਾਂ ਸਾਰੇ ਦਾ ਸਾਰਾ ਆਇਲ ਜਿਹੜਾ ਆ ਉਹ ਇਹਦੇ ਵਿੱਚੋਂ ਦੀ ਬਾਹਰ ਆ ਜਾਏਗਾ, ਤਾਂ ਆਪਾਂ ਫਰੈਸ਼ ਆਇਲ ਜਿਹੜਾ ਉਹ ਪਰਲੇ ਪਾਸੇ ਜਿਹੜਾ ਸੀਗਾ ਆਪਣਾ ਆ ਦਿਖਾਇਆ ਸੀ ਤੁਹਾਨੂੰ, ਇੱਧਰ ਪਾਸੇ ਦੇਖੋ ਆਇਲ ਇਨਲੈਟ, ਇਹਦੇ ਥਾਣੀ ਆਪਾਂ ਆਇਲ ਜਿਹੜਾ ਫਿਲ ਕਰ ਸਕਦੇ ਹਾਂ। ਇਹ ਹੈ ਟਰਾਂਸਫਾਰਮਰ। ਫਰਦਰ ਟਰਾਂਸਫਾਰਮਰ ਦੀ ਜਿੱਦਾਂ ਕਹਿ ਸਕਦੇ ਹਾਂ ਕਿ ਪਾਰਟਸ ਸੀਗੇ ਜਿਹੜੇ ਪੂਰੇ, ਇਹ ਆਪਾਂ ਡਿਸਕਸ ਕੀਤੇ ਆ। ਹੁਣ ਆਪਾਂ ਨੈਕਸਟ ਦੇਖਦੇ ਹਾਂ। ਹੁਣ ਇਹ ਦੇਖੋ ਸਰਕਟ ਬ੍ਰੇਕਰ ਨੰਬਰ 2 ਤੇ ਸਰਕਟ ਬ੍ਰੇਕਰ। ਇਹਦੇ ਵਿੱਚ ਆਪਾਂ ਦੇਖੋ ਥੋੜ੍ਹਾ ਇਹਨੂੰ ਵੱਡਾ ਕਰੀਏ। ਸਰਕਟ ਬ੍ਰੇਕਰ ਦੇ ਵਿੱਚ ਕੀ ਆ, ਕਹਿੰਦਾ ਦਾ ਸਰਕਟ ਬ੍ਰੇਕਰ ਇਜ਼ ਐਨ ਇਕਵਿਪਮੈਂਟ ਵਿਚ ਆਟੋਮੈਟਿਕਲੀ ਕੱਟ ਆਫ ਪਾਵਰ ਸਪਲਾਈ ਆਫ ਦਾ ਸਿਸਟਮ। ਆਪਾਂ ਹੁਣੇ ਸਾਰਾ ਸਰਕਟ ਬ੍ਰੇਕਰਸ ਡਿਸਕਸ ਕੀਤੇ ਕਿੰਨੇ ਸਾਰੇ। ਕਹਿੰਦਾ ਕਿ ਆਟੋਮੈਟਿਕਲੀ ਜਿਹੜੀ ਆ ਪਾਵਰ ਸਪਲਾਈ ਨੂੰ ਕੱਟ ਆਫ ਕਰ ਦਿੰਦਾ ਜਦੋਂ ਕਹਿੰਦਾ ਸਿਸਟਮ ਵੈਨ ਐਨੀ ਫਾਲਟ ਔਰ ਸ਼ਾਰਟ ਸਰਕਟ ਅਕਰਜ਼ ਇਨ ਦਾ ਸਿਸਟਮ। ਕਹਿੰਦਾ ਸਿਸਟਮ ਦੇ ਵਿੱਚ ਪਾਵਰ ਦੀ ਸਪਲਾਈ ਜਿਹੜੀ ਆਪਣੇ ਪਿੱਛੋਂ ਆ ਰਹੀ ਆ ਉਹਨੂੰ ਆਟੋਮੈਟਿਕਲੀ ਕੱਟ ਕਰਦਾ ਹੈਗਾ ਜਦੋਂ ਸਿਸਟਮ ਦੇ ਵਿੱਚ ਕੋਈ ਫਾਲਟ ਪੈਂਦਾ ਜਾਂ ਸ਼ਾਰਟ ਸਰਕਟ ਹੁੰਦਾ। ਕੀ ਚੀਜ਼? ਸਰਕਟ ਬ੍ਰੇਕਰ। ਦਿਸ ਇਜ਼ ਕਾਲਡ ਸਰਕਟ ਬ੍ਰੇਕਰ। ਕਹਿੰਦਾ ਇਟ ਡਿਟੈਕਟਸ ਐਂਡ ਆਈਸੋਲੇਟ ਫਾਲਟਸ ਵਿਦਿਨ ਏ ਫ੍ਰੈਕਸ਼ਨ ਆਫ ਸੈਕਿੰਡ, thereby minimizing the damage of point where fault was occur। ਕਹਿੰਦਾ ਉਸ ਪੁਆਇੰਟ ਨੂੰ ਮਤਲਬ ਬਿਲਕੁਲ ਹੀ ਇਹ ਆਈਸੋਲੇਟ ਕਰ ਦਿੰਦਾ ਹੈਗਾ ਸਰਕਟ ਬ੍ਰੇਕਰ, ਤਾਂ ਕਿ ਜਿਹੜਾ ਸਾਡਾ ਡੈਮੇਜ ਜਿਹੜੀ ਆ ਉਸ ਪਾਰਟੀਕੂਲਰ ਪੋਰਸ਼ਨ ਦੀ ਜਾਂ ਉਸ ਏਰੀਆ ਦੀ ਡੈਮੇਜ ਬਚ ਸਕੇ, ਮਤਲਬ ਕੋਈ ਨੁਕਸਾਨ ਨਾ ਹੋਵੇ। ਇਸ ਕਰਕੇ ਸਰਕਟ ਬ੍ਰੇਕਰ ਆਟੋਮੈਟਿਕਲੀ ਆਪਰੇਟ ਹੋ ਕੇ ਉਹਨੂੰ ਸੇਵ ਕਰ ਦਿੰਦਾ ਹੈਗਾ। ਕਹਿੰਦਾ ਦਾ ਸਰਕਟ ਬ੍ਰੇਕਰ ਆਰ ਸਪੈਸ਼ਲੀ ਡਿਜ਼ਾਈਨ ਟੂ ਇੰਟਰਪਟ ਦਾ ਵੈਰੀ ਹਾਈ ਫਾਲਟ ਕਰੰਟਸ ਵਿਚ ਮੇ ਬੀ 10 ਔਰ ਮੋਰ ਟਾਈਮਸ ਦਾ ਨੋਰਮਲ ਆਪਰੇਟਿੰਗ ਕਰਨ। ਕਹਿੰਦਾ ਨੋਰਮਲ ਆਪਰੇਟਿੰਗ ਕਰਨਾ ਕਈ ਵਾਰੀ 10 ਤੋਂ ਤੇ ਉਸ ਤੋਂ ਜ਼ਿਆਦਾ ਟਾਈਮਸ ਜਿਹੜੇ ਆ ਕਰੰਟ ਜਿਹੜਾ ਜ਼ਿਆਦਾ ਹੁੰਦਾ ਫਾਲਟ ਕਰੰਟ, ਤੇ ਇਹ ਉਹਨੂੰ ਕਹਿੰਦਾ ਸਰਕਟ ਬ੍ਰੇਕਰ ਜਿਹੜਾ ਉਹਨੂੰ ਇੰਟਰਪਟ ਕਰ ਦਿੰਦਾ, ਮੀਨਸ ਰੋਕ ਦਿੰਦਾ। ਅਗਰ ਫਾਲਟ ਪੈ ਜਾਵੇ ਤਾਂ ਸਾਡਾ ਸਰਕਟ ਬ੍ਰੇਕਰ ਜਿਹੜਾ ਉਸ ਨੂੰ ਰੋਕਦਾ ਹੈਗਾ। ਇਸ ਤਰ੍ਹਾਂ ਸਰਕਟ ਬ੍ਰੇਕਰ ਹੁੰਦਾ ਹੈ। ਅਤੇ ਹੁਣ ਤੁਸੀਂ ਆ ਦੇਖੋ ਇੱਕ ਯਾਰਡ ਦੇ ਵਿੱਚ, ਇੱਕ ਮਿੰਟ ਦੇਖੋ ਯਾਰਡ ਦੇ ਵਿੱਚ ਆ ਇੱਕ ਸਰਕਟ ਬ੍ਰੇਕਰ ਦਿਖਾਏ ਹੋਏ ਆ, ਲੱਗੇ ਹੋਏ ਆ। ਦੇਖੋ ਇਹਨਾਂ ਦੀ ਸਾਰੀ ਅਸੈਸਰੀਜ਼ ਲੱਗੀਆਂ ਹੋਈਆਂ, ਕੰਟਰੋਲ ਪੈਨਲ ਸਰਕਟ ਬ੍ਰੇਕਰ ਦਾ ਲੱਗਾ ਹੋਇਆ, ਪਿਛਲੇ ਪਾਸੇ ਸਰਕਟ ਬ੍ਰੇਕਰਸ ਲੱਗੇ ਹੋਇਆ। ਇਹ ਕਿਸੇ ਯਾਰਡ ਦੀ ਫੋਟੋ ਜਿਹੜੀ ਹੈਗੀ ਆ। ਕਹਿੰਦਾ ਇਨ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਜਨਰਲੀ ਆਇਲ ਸਰਕਟ ਬ੍ਰੇਕਰ ਵੈਕਿਊਮ ਐਂਡ ਏਅਰ ਸਰਕਟ ਬ੍ਰੇਕਰਸ ਆਰ ਯੂਜ਼ਡ। ਮਤਲਬ ਜਿਹੜੇ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਹੁੰਦੇ ਆ ਇਹਦੇ ਆਪਾਂ SF6 ਗੈਸ ਜਿਹੜੇ ਆ ਸਰਕਟ ਬ੍ਰੇਕਰ ਨਹੀਂ ਯੂਜ਼ ਕਰਦੇ, ਜਾਂ ਆਇਲ ਯੂਜ਼ ਕਰਦੇ ਆ, ਜਾਂ ਵੈਕਿਊਮ ਤੇ ਜਾਂ ਇਹ ਸਰਕਟ ਬ੍ਰੇਕਰ ਜਿਹੜੇ ਆ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਹੈਗੇ ਆ ਜਿਹੜੇ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਹੁੰਦੇ ਆ। ਹੁਣ ਹੈ ਨੰਬਰ 3 ਤੇ ਲਾਈਟਨਿੰਗ ਅਰੈਸਟਰਸ। ਨੰਬਰ 3 ਲਾਈਟਨਿੰਗ ਅਰੈਸਟਰਸ। ਕਹਿੰਦਾ ਲਾਈਟਨਿੰਗ ਅਰੈਸਟਰਸ ਇਜ਼ ਏ ਮੋਸਟ ਇੰਪੋਰਟੈਂਟ ਪ੍ਰੋਟੈਕਟਿਵ ਡਿਵਾਈਸ of distribution substation to protect valuable equipment as well as working personnel if arrests the discharge over voltage to earth during lightning strokes। ਕਹਿੰਦਾ ਜਦੋਂ ਕੋਈ ਲਾਈਟਨਿੰਗ ਸਟ੍ਰੋਕਸ ਹੋ ਜਾਣ ਤਾਂ ਉਦੋਂ ਇਹ ਜਿਹੜਾ ਸਾਡਾ ਲਾਈਟਨਿੰਗ ਅਰੈਸਟਰ ਆ ਇਹ ਸਾਡੇ ਸਿਸਟਮ ਨੂੰ ਵੀ ਤੇ ਹਿਊਮਨ ਬੀਇੰਗ ਨੂੰ ਵੀ ਬਚਾਉਂਦਾ ਹੈਗਾ। ਲਾਈਟਨਿੰਗ ਅਰੈਸਟਰ ਜਿਹੜੇ ਆਪਾਂ ਲਗਾਉਂਦੇ ਹੈਗੇ ਸਬ ਸਟੇਸ਼ਨ ਦੇ ਵਿੱਚ ਅਸਮਾਨੀ ਬਿਜਲੀ ਜਦੋਂ ਪੈਂਦੀ ਹੈ, ਮਤਲਬ ਜਦੋਂ ਅਸਮਾਨੀ ਬਿਜਲੀ ਪੈਂਦੀ ਹੈ, ਤੇ ਜਿਹੜੇ ਲਾਈਟਨਿੰਗ ਅਰੈਸਟਰਸ ਹੁੰਦੇ ਸਾਡੇ ਕਾਸਟਲੀ ਇਕਵਿਪਮੈਂਟ ਵੀ ਬਚਾਉਂਦੇ ਆ ਤੇ ਜਿਹੜਾ ਹਿਊਮਨ ਬੀਇੰਗ ਉੱਥੇ ਹੁੰਦਾ ਉਹਨੂੰ ਵੀ ਬਚਾਉਂਦੇ ਹੈਗੇ ਆ। ਕਹਿੰਦਾ ਦੀਜ਼ ਆਰ ਇੰਸਟਾਲਡ ਬਿਟਵੀਨ ਲਾਈਨ ਐਂਡ ਅਰਥ ਨੀਅਰ ਇਕਵਿਪਮੈਂਟ। ਹੁਣ ਇਹਦਾ ਮਤਲਬ ਇਕਵਿਪਮੈਂਟ ਜਿਸ ਇਕਵਿਪਮੈਂਟ ਵੀ ਬਚਾਉਣਾ, ਸਪੋਜ਼ ਕਰੋ ਟਰਾਂਸਫਾਰਮਰ ਨੂੰ ਆਪਾਂ ਲਾਈਟਨਿੰਗ ਅਰੈਸਟਰ ਲਗਾ ਦਿੰਦੇ ਹਾਂ, ਤੇ ਕਿਉਂਕਿ ਆਪਾਂ ਟਰਾਂਸਫਾਰਮਰ ਨੂੰ ਬਚਾਉਣਾ ਚਾਹੁੰਦੇ ਤਾਂ ਲਾਉਣਾ ਕਿੱਦਾਂ, ਉਸ ਦੀ ਇੱਕ ਲਾਈਨ ਦੇ ਨਾਲ ਆਪਾਂ ਉਹਨੂੰ ਅਰਥ ਕਰ ਦਿੰਦੇ ਲਾਈਟਨਿੰਗ ਅਰੈਸਟਰ ਨੂੰ। ਇਸ ਤਰ੍ਹਾਂ ਇਹ ਆਪਾਂ ਇੰਸਟਾਲ ਕਰ ਸਕਦੇ ਹਾਂ। ਕਹਿੰਦਾ ਰਿਪਰੈਜ਼ੈਂਟੇਟਿਵ ਵੈਲਿਊਜ਼ ਆਫ ਲਾਈਟਨਿੰਗ ਸਟ੍ਰੋਕ ਕੀ ਹੁੰਦੀਆਂ, ਵੋਲਟੇਜ 2 × 10⁻⁻8 ਵੋਲਟਸ, ਕਰੰਟ 2 × 10 ਕਿੰਨੀ ਦੇਖੋ 4 ਐਂਪੀਅਰ। ਇੰਨੇ ਜ਼ਿਆਦਾ ਹਾਈ ਕਰੰਟ ਜਿਹੜਾ ਫਲੋ ਕਰਦਾ। ਡਿਊਰੇਸ਼ਨ ਕਿੰਨੀ ਆ 10⁵ ਸੈਕਿੰਡਸ, ਅਤੇ ਪਾਵਰ ਕਿੰਨੀ ਹੁੰਦੀ ਦੇਖੋ 8 × 10⁵ ਕਿਲੋਵਾਟ। ਇੰਨੀ ਹੈਵੀ ਜਿਹੜੀ ਪਾਵਰ ਹੁੰਦੀ ਹੈ ਲਾਈਟਨਿੰਗ ਸਟ੍ਰੋਕਸ ਦੇ ਵਿੱਚ। ਜਦੋਂ ਕੋਈ ਵੀ ਲਾਈਟਨਿੰਗ ਸਟ੍ਰੋਕ ਜਿਹੜੀ ਆ ਸਾਡੇ ਮਤਲਬ ਸਬ ਸਟੇਸ਼ਨ 'ਤੇ ਪੈਂਦੀ ਹੈਗੀ ਆ, ਜਾਂ ਕਿਤੇ ਅਸਮਾਨੀ ਬਿਜਲੀ ਜਦੋਂ ਪੈਂਦੀ ਤਾਂ ਉਹਦੀਆਂ ਵੈਲਿਊਜ਼ ਦਿੱਤੀਆਂ ਹੋਈਆਂ, ਕਿੰਨੀ ਉਹਦੀ ਵੈਲਿਊ ਹੁੰਦੀ ਕਰੰਟ ਅਤੇ ਕਿੰਨੀ ਉਹਦੀ ਪਾਵਰ ਦੇਖੋ ਹਾਈ ਆ। ਔਰ ਉਹਦੇ ਨਾਲ ਕੀ ਹੈ, ਸਾਨੂੰ ਜਿਹੜਾ ਕਰੰਟ ਜਦੋਂ ਪਾਸ ਹੁੰਦਾ ਕਿਸੇ ਸਰਕਟ ਦੇ ਵਿੱਚੋਂ ਤਾਂ ਲੌਸੇਜ ਆ ਜਾਂਦੇ ਆ। ਲੌਸੇਜ ਕਰਕੇ ਹੀਟ ਲੌਸੇਜ ਨਾਲ ਉਹ ਸੜ ਜਾਂਦੀ ਚੀਜ਼। ਇਹਨੂੰ ਪ੍ਰੋਟੈਕਟ ਕਰਨ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਲਾਈਟਨਿੰਗ ਅਰੈਸਟਰਸ। ਅਗਲਾ ਹੈ ਦੇਖੋ ਲਾਈਟਨਿੰਗ ਅਰੈਸਟਰਸ ਦਿਖਾਇਆ। ਕਹਿੰਦਾ ਪੋਰਸਲਿਨ ਹਾਊਸ ਸਰਜ ਅਰੈਸਟਰ। ਪੋਰਸਲਿਨ ਹਾਊਸ ਸਰਜ ਅਰੈਸਟਰ ਜਿਹੜੇ ਆ ਕਿਸੇ ਪੋਲ ਦੇ ਉੱਤੇ ਲੱਗੇ ਹੋਏ ਆ। ਦੇਖੋ ਇਹਨੂੰ ਆਪਾਂ ਲਾਈਟਨਿੰਗ ਅਰੈਸਟਰ ਦੀ ਫਿਟਿੰਗ ਕਹਿ ਸਕਦੇ ਹਾਂ ਵੀ ਲੱਗੀ ਹੋਈ ਜਿਹੜੀ ਫਿਟਿੰਗ ਜਿਹੜੀ ਆ। ਅੱਗੇ ਹੈ ਏਅਰ ਬ੍ਰੇਕ ਸਵਿਚ / ਆਈਸੋਲੇਟਰ। ਏਅਰ ਬ੍ਰੇਕ ਸਵਿਚ ਅਤੇ ਆਈਸੋਲੇਟਰ ਕੀ ਹੁੰਦਾ, ਕਹਿੰਦਾ ਏਅਰ ਬ੍ਰੇਕ ਸਵਿਚਜ਼ ਆਰ ਯੂਜ਼ਡ ਟੂ ਆਈਸੋਲੇਟ ਇਕਵਿਪਮੈਂਟ ਫॉर ਮੇਨਟੇਨੈਂਸ ਐਂਡ ਆਲਸੋ ਫॉर ट्रांसफ़र ऑफ लोड फ्रॉम वन बस टू अनदर।
ਤੁਸੀਂ ਆਪਾਂ ਪਿੱਛੇ ਬੱਸ ਬਾਰ ਪੜ੍ਹੀਆਂ ਲੇਆਊਟ ਕੀ ਡਾਇਗਰਾਮ ਦੇਖੀ, ਉਹਦੇ 'ਚ ਦੇਖੋ ਕਾਫੀ ਸਾਰੇ ਆਈਸੋਲੇਟਰ ਲੱਗੇ ਹੋਏ ਸੀ। ਆਈਸੋਲੇਟਰ ਦਾ ਮਤਲਬ ਕੀ ਹੁੰਦਾ? ਆਈਸੋਲੇਟ ਕਰਨਾ। ਆਈਸੋਲੇਟ ਕਰਨਾ ਮੀਨਸ ਅਗਰ ਆਪਾਂ ਕੋਈ ਸਪੋਜ਼ ਕਰੋ ਟਰਾਂਸਫਾਰਮਰ ਦੀ ਮੇਨਟੇਨੈਂਸ ਕਰਨੀ ਆ ਤਾਂ ਆਪਾਂ ਟਰਾਂਸਫਾਰਮਰ ਦੇ ਦੋਨੇ ਸਾਈਡ ਦੇ ਆਈਸੋਲੇਟਰ ਲਗਾਇਆ, ਤਾਂ ਕਿ ਅਗਰ ਆਪਾਂ ਪਿੱਛੋਂ ਸਪਲਾਈ ਆਫ ਵੀ ਕਰ ਦਈਏ ਤਾਂ ਫਰਦਰ ਸੈਕੰਡ ਸਿਕਿਉਰਿਟੀ ਲਈ ਆਪਾਂ ਉਹਨੂੰ ਫਿਰ ਆਈਸੋਲੇਟਰ ਨੂੰ ਵੀ ਆਪਰੇਟ ਕਰ ਦਿੰਦੇ, ਆਫ ਕਰ ਦਿੰਦੇ, ਤਾਂ ਕਿ ਕਿਸੇ ਕਾਰਨ ਕਰਕੇ ਅਗਰ ਅੰਦਰੋਂ ਸਪਲਾਈ ਔਨ ਹੋ ਜਾਵੇ ਤਾਂ ਆਈਸੋਲੇਟਰ ਜਿਹੜੇ ਆਫ ਲੋਡ ਤੇ ਚੱਲਦੇ ਆ, ਤੇ ਜਦੋਂ ਕਿਤੇ ਗਲਤੀ ਨਾਲ ਸਪਲਾਈ ਔਨ ਵੀ ਹੋ ਜਾਵੇ ਤਾਂ ਸਾਡਾ ਉਹਨਾਂ ਪੋਰਸ਼ਨ ਜਿਹੜਾ ਆਪਾਂ ਆਈਸੋਲੇਟ ਕੀਤਾ ਉਹਦੇ ਵਿੱਚ ਉਹ ਸਪਲਾਈ ਨਾ ਆ ਸਕੇ। ਠੀਕ ਹੈ, ਇਸ ਕਰਕੇ ਆਪਾਂ ਆਈਸੋਲੇਟਰ ਜਾਂ 에ਅਰ ਬ੍ਰੇਕ ਸਵਿਚ ਨੂੰ ਕਹਿੰਦੇ ਆਪਾਂ ਯੂਜ਼ ਕਰਦੇ ਹਾਂ। ਕਹਿੰਦੇ ਲੇਆਊਟ ਸਬਸਟੇਸ਼ਨ ਡਿਪੈਂਡਸ ਅਪੋਨ ਟਾਈਪ ਆਫ 에ਅਰ ਬ੍ਰੇਕ ਸਵਿਚਸ। ਕਹਿੰਦਾ ਲੇਆਊਟ ਆਫ ਸਬਸਟੇਸ਼ਨ ਡਿਪੈਂਡਸ, ਹੁਣ ਜਿੱਦਾਂ ਦੀ ਕਹਿੰਦਾ ਸਬਸਟੇਸ਼ਨ ਲੇਆਊਟ ਆ ਉਹਦੇ ਤੇ ਹਿਸਾਬ ਨਾਲ ਆਪਾਂ ਸਰਕਟ ਬ੍ਰੇਕਰ ਜਿਹੜੇ ਆ ਉਹ ਜੋ 에ਅਰ ਬ੍ਰੇਕ ਸਵਿਚ ਜਿਹੜੇ ਲਗਾਉਣੇ ਹੈਗੇ ਆ। ਕਹਿੰਦਾ ਦੀਜ਼ ਸਵਿਚਸ ਆਰ ਆਫ ਟੂ ਟਾਈਪਸ, वर्टिकल ब्रेक टाइप और हॉरिजेंटल ब्रेक टाइप। मतलब ਜਾਂ ਤਾਂ हॉरिजेंटली ਆਪਾਂ ਇਹਨੂੰ ਆਪਰੇਟ ਕਰਾਂਗੇ ਜਾਂ ਇਹਨੂੰ वर्टिकली ਉੱਪਰੋਂ ਇਹਨੂੰ ਆਪਰੇਟ ਕਰਾਂਗੇ। ਕਹਿੰਦਾ हॉरिजेंटली ब्रेक टाइप नॉर्मली ऑक्यूपाइज मोर स्पेस दैन वर्टिकल ब्रेक टाइप। ਕਹਿੰਦਾ ਅਗਰ हॉरिजेंटल मीनस अगर हॉरिजेंटली ਆਪਾਂ ਸਵਿਚ ਲਗਾਉਂਦੇ ਆ ਤੇ ਜ਼ਿਆਦਾ ਸਪੇਸ ਜਿਹੜੀ ਆਕੂਪਾਈ ਕਰਦਾ ਹੈਗਾ। ਜੇ ਆਪਾਂ वर्टिकल ਲਾਉਂਦੇ ਆ ਤਾਂ ਨੈਚੁਰਲ ਉੱਪਰ ਨੂੰ ਜਾਏਗਾ ਤਾਂ ਸਪੇਸ ਘੱਟ ਕਵਰ ਕਰੇਗਾ। ਅਗਰ ਆਪਾਂ वर्टिकली ਮਤਲਬ ਇਹਨੂੰ ਖੋਲਦੇ ਆ हॉरिजेंटली ਖੋਲਦੇ ਆ ਤਾਂ ਜਿਹੜੇ ਸਵਿਚਸ ਆ ਜਿਹੜੇ ਇਹ ਜ਼ਿਆਦਾ ਸਪੇਸ ਲੈਂਦੇ ਹੈਗੇ ਆ। ਦੇਖੋ ਇਹਦੇ ਵਿੱਚ ਤੁਹਾਨੂੰ ਦਿਖਾਇਆ ਹੋਇਆ ਉਹਨਾਂ ਨੇ, these are the what is this? These are the ਆਈਸੋਲੇਟਰਸ ਲੱਗੇ ਹੋਏ ਆ ਸਾਰੇ। ਦੇਖੋ ਇਹਨੂੰ ਆਪਰੇਟ ਕਰਨ ਲਈ ਹੈਂਡਲ ਲੱਗਾ ਹੋਇਆ, ਆ ਸਵਿਚ ਲੱਗਾ ਹੋਇਆ, ਸੈਂਟਰ ਪੁਆਇੰਟ ਆ, ਸਪਲਾਈ ਇੱਧਰੋਂ ਆ ਰਹੀ ਇੱਧਰੋਂ ਜਾ ਰਹੀ। ਜਿੱਦਾਂ ਤੁਸੀਂ ਇਹਨੂੰ ਆਪਰੇਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੈਗੇ ਆ। ਦੇਖੋ ਠੀਕ ਹੈ, ਦਿਸ ਇਜ਼ ਦਾ ਆਈਸੋਲੇਟਰ ਸਵਿਚ ਜਿਹੜਾ ਕਿ ਡਿਸਟ੍ਰੀਬਿਊਸ਼ਨ ਬੋਰਡ ਦੇ ਉੱਤੇ ਡਿਸਟ੍ਰੀਬਿਊਸ਼ਨ ਸਬਸਟੇਸ਼ਨ 'ਚ ਲੱਗਾ ਹੁੰਦਾ ਹੈਗਾ। ਨੈਕਸਟ ਹੈਗਾ ਆਈਸੋਲੇਟਰ। ਹੁਣ ਆਈਸੋਲੇਟਰ ਕੀ ਹੁੰਦੇ ਆ? ਦੇਖੋ ਕਹਿੰਦਾ ਵੱਡਾ ਕਰ ਲੈਣੇ ਥੋੜ੍ਹਾ ਜਿਹਾ, ਬਹੁਤ ਜ਼ਿਆਦਾ ਵੱਡਾ ਹੋ ਗਿਆ। 1 ਮਿੰਟ, ਹੁਣ ਦੇਖੋ ਕੀ ਚੀਜ਼ ਹੈਗੀ ਹੈ। ਕਹਿੰਦਾ ਦਾ ਮੇਨ ਫੰਕਸ਼ਨ ਆਫ ਐਨ ਆਈਸੋਲੇਟਰ ਇਜ਼ ਟੂ ਇੰਸੂਲੇਟ ਲਾਈਵ ਕੰਡਕਟਰ। ਇੰਸੂਲੇਟ ਕਿਸੇ ਪੋਰਸ਼ਨ ਨੂੰ ਇੰਸੂਲੇਟ ਕਰਨਾ। ਹੁਣ ਆਪਣਾ ਕਿਉਂਕਿ ਸਬਸਟੇਸ਼ਨ ਆਪਣੇ ਕੋਲ ਲਾਈਵ ਕਈ ਚੀਜ਼ ਆ ਕੰਡਕਟਰ ਜਿਸ 'ਚ ਕਰੰਟ ਆ, ਉਹਨੂੰ ਆਈਸੋਲੇਟ ਕਰਦਾ। ਔਰ ਇਕਵਿਪਮੈਂਟ ਐਟ ਡਿਫਰੈਂਟ ਵੋਲਟੇजेस, ਤੇ ਜਾਂ ਕੋਈ ਇਕਵਿਪਮੈਂਟ ਆ ਉਹਨੂੰ ਆਪਾਂ ਆਈਸੋਲੇਟ ਕਰਨਾ ਚਾਹੁੰਦੇ ਹਾਂ ਤਾਂ ਉੱਥੇ ਆਪਾਂ ਆਈਸੋਲੇਟਰ ਲਗਾਉਂਦੇ ਹਾਂ। ਡਿਫਰੈਂਟ ਵੋਲਟੇजेस ਵਿਦ ਰੈਫਰੈਂਸ ਟੂ ਗਰਾਊਂਡ ਸਟਰਕਚਰ ਐਜ਼ ਵੈਲ ਪ੍ਰੋਵਾਈਡ ਮਕੈਨੀਕਲ ਸਪੋਰਟ। ਕਹਿੰਦਾ ਮਕੈਨੀਕਲ ਸਪੋਰਟ ਲਗਾਈ ਜਾਂਦੀ ਆ, ਆਈਸੋਲੇਟਰ ਲਗਾਇਆ ਜਾਂਦਾ ਜਿਹੜਾ ਕਿ ਇਕਵਿਪਮੈਂਟ ਨੂੰ ਤੇ ਲਾਈਵ ਕੰਡਕਟਰ ਨੂੰ ਸੇਵ ਕਰਦਾ ਹੈਗਾ। ਠੀਕ ਹੈ, ਕਹਿੰਦਾ ਦਾ ਪ੍ਰੋਵੀਜ਼ਨ ਆਫ ਐਡੂਕੇਟ ਇੰਸੂਲੇਸ਼ਨ ਇਨ ਏ ਸਬਸਟੇਸ਼ਨ ਇਜ਼ ਆਫ ਪ੍ਰਾਇਮਰੀ ਇੰਪੋਰਟੈਂਸ। ਇਹ ਕਹਿੰਦਾ ਮੇਨ ਇੰਪੋਰਟੈਂਸ ਹੁੰਦੀ ਹੈ ਆਪਣੇ ਕਿ ਇੰਸੂਲੇਸ਼ਨ ਜਿਹੜੀ ਪ੍ਰੋਵਾਈਡ ਕਰਨੀ ਫਰੋਮ ਦਾ ਪੁਆਇੰਟ ਆਫ ਵਿਊ ਆਫ ਰਿਲਾਇਬਿਲਿਟੀ ਆਫ ਸਪਲਾਈ ਐਂਡ ਸੇਫਟੀ ਆਫ ਪਰਸਨਲ ਸੇਫਟੀ ਲਈ ਅਤੇ ਰਿਲਾਇਬਿਲਿਟੀ ਲਈ ਸਾਨੂੰ ਜਿਹੜੇ ਆ ਸਬਸਟੇਸ਼ਨ ਦੇ ਵਿੱਚ ਜਿਹੜੇ ਇੰਸੂਲੇਟਰ ਲਗਾਉਣੇ ਉਹ ਬਹੁਤ ਹੀ ਜ਼ਰੂਰੀ। ਪਹਿਲੀ ਸਾਡੀ ਅਪਰੋਚ ਹੁੰਦੀ ਆ ਕਿ ਆਈਸੋਲੇਟਰ ਜਿਹੜੇ ਪ੍ਰੋਪਰ ਲੱਗੇ ਹੋਣ ਤਾਂ ਕਿ ਸਾਡੀ ਸਪਲਾਈ ਜਿਹੜੀ ਆ ਆਈਸੋਲੇਟਰ ਹੋਵੇ, ਬਾਕੀ ਪੋਰਸ਼ਨ ਹੋਣ। ਆ ਦੇਖੋ ਕਿ ਡਾਇਗਰਾਮ ਦਿਖਾਈ ਆ, ਇੱਕ ਪਾਸੇ ਇਹਦਾ ਅਰਥ ਪਾਰਟ ਆ, ਦੂਜੇ ਪਾਸੇ ਕੰਡਕਟਰ ਜਾ ਰਿਹਾ ਤੇ ਆ ਜਿਹੜਾ ਇੰਸੂਲੇਟਰ ਲੱਗਾ ਹੈ। ਕਿਹੜਾ ਇੰਸੂਲੇਟਰ ਹੈ? ਤੁਹਾਨੂੰ ਪੜ੍ਹਾਇਆ ਸੀ 5ਵੇਂ ਸਮੈਸਟਰ 'ਚ। ਇਹ ਹੈਗੇ ਸਟੇਨ ਟਾਈਪ ਇੰਸੂਲੇਟਰ। ਸਟੇਨ ਟਾਈਪ ਇੰਸੂਲੇਟਰ ਮੀਨਸ ਡਿਸਕ 1 2 3 4 5 6 7 8 ਡਿਸਕ ਲੱਗੀਆਂ ਹੋਈਆਂ। ਨੀਅਰ ਅਬਾਊਟ ਇਹ ਤਕਰੀਬਨ 66 kV ਦੀ ਲਾਈਨ ਆ, ਇਸ ਕਰਕੇ 1 2 3 4 5 6 7 8 ਇੱਕ ਡਿਸਕ ਜਿਹੜੀ 11 kV ਦੀ ਡਿਜ਼ਾਈਨ ਕੀਤੀ ਹੁੰਦੀ ਆ। ਆਪਾਂ 5ਵੇਂ ਸਮੈਸਟਰ ਪੜ੍ਹਿਆ ਹੋਇਆ ਸੀਗਾ ਤੇ ਇੱਥੇ 8 ਲੱਗੀਆਂ, ਨੀਅਰ ਅਬਾਊਟ 66 kV ਦੀ ਲਾਈਨ ਹੈਗੀ। ਇਹ ਅੱਧਲਾ ਪੋਰਸ਼ਨ ਅਰਥ ਕੀਤਾ ਹੋਇਆ ਤੇ ਇੱਧਰਲਾ ਕੰਡਕਟਰ ਜਾ ਰਿਹਾ ਹੈਗਾ। ਦੇਖੋ ਇਸ ਤਰ੍ਹਾਂ ਇਹ ਇੰਸੂਲੇਟਰ ਜਿਹੜੇ ਆਪਾਂ ਇੰਸਟਾਲ ਕਰਦੇ ਹਾਂ ਆਪਣੇ ਸਬਸਟੇਸ਼ਨ ਦੇ ਵਿੱਚ। ਅਗਲਾ ਹੈ ਬੱਸ ਬਾਰ ਅਰੇਂਜਮੈਂਟ। ਹੁਣ ਬੱਸ ਬਾਰ ਅਰੇਂਜਮੈਂਟ ਜਿਹੜੀ ਆਪਾਂ ਹੁਣੇ ਡਿਸਕਸ ਕਰਕੇ ਹਟੇ ਹਾਂ, ਥੋੜ੍ਹਾ ਟਾਈਮ ਹੋਇਆ ਆਪਾਂ ਨੂੰ ਜਦ ਪਿਛਲੇ ਲੈਕਚਰ ਦੇ ਵਿੱਚ ਬੱਸ ਬਾਰ ਪੈਰਲਲ ਬੱਸ ਬਾਰ, ਉਸ ਤੋਂ ਪਹਿਲਾਂ ਬੱਸ ਬਾਰ ਅਰੇਂਜਮੈਂਟ ਵੀ ਡਿਸਕਸ ਕੀਤਾ ਸੀਗਾ ਕਿ ਬੱਸ ਬਾਰ ਅਰੇਂਜਮੈਂਟ ਕਿੰਨੇ ਹੁੰਦੇ ਆਪਣੇ ਕੋਲ, ਕਿਹੜੇ ਬੱਸ ਬਾਰ ਅਰੇਂਜਮੈਂਟ ਆਪਾਂ ਯੂਜ਼ ਕਰਦੇ ਹਾਂ। ਇਹਦੇ ਵਿੱਚ ਦੇਖੋ ਕਹਿੰਦਾ ਦਾ ਬੱਸ, ਇੱਕ ਮਿੰਟ, ਕੀ ਕਹਿੰਦਾ? ਦਾ ਬੱਸ ਬਾਰ ਇਜ਼ ਏ ਕੰਡਕਟਰ ਯੂਜ਼ ਟੂ ਕਨੈਕਟ ਟੂ or more equipment located side by side when the current are very high। ਕਹਿੰਦਾ ਬੱਸ ਬਾਰ ਕੰਡਕਟਰ ਕੀ ਹੁੰਦਾ ਹੈਗਾ? ਬੱਸ ਬਾਰਸ ਹੁੰਦੀਆਂ ਹੈਗੀਆਂ ਜਿਹੜੀਆਂ ਆਪਾਂ ਕਿ ਲਗਾਉਂਦੇ ਹੈਗੇ ਬੱਸ ਬਾਰ ਅਰੇਂਜਮੈਂਟ, ਕਿ ਆਪਾਂ ਬੱਸ ਬਾਰਸ ਲਗਾਉਂਦੇ ਜਿੱਥੋਂ ਆਪਾਂ ਵੋਲਟੇਜ ਚੱਕਣੀਆਂ ਜਾਂ ਜਿੱਥੇ ਇਕਵਿਪਮੈਂਟ ਆਪਾਂ ਜੋੜਨੇ ਹੈਗੇ ਆ। ਠੀਕ ਹੈ, ਉਹਦੇ ਵਿੱਚ ਕਹਿੰਦਾ ਲੇਕਿਨ ਤੁਹਾਨੂੰ ਮੈਂ ਜਿੱਦਾਂ ਸਮਝਾਈ ਕਿ ਪੂਰੀ ਬੱਸ ਬਾਰ ਜਿਹੜੀ ਹੁੰਦੀ ਆ ਉਹਦੇ ਪੂਰੇ ਥਰੂ ਆਊਟ ਕੰਡਕਟਰ ਜਿਹੜਾ ਆ ਉਹਦੇ ਵਿੱਚ ਵੋਲਟੇਜ ਜਿਹੜੀ ਆ ਕਾਂਸਟੈਂਟ ਰਹਿੰਦੀ ਹੈ, ਵੋਲਟੇਜ ਵੇਰੀ ਨਹੀਂ ਕਰਦੀ ਬੱਸ ਬਾਰ ਦੇ ਵਿੱਚ। ਕਹਿੰਦਾ ਦੀਜ਼ ਆਰ ਯੂਜ਼ਲੀ ਰੈਕਟੈਂਗੂਲਰ ਸ਼ੇਪ 'ਚ ਹੋ ਸਕਦੇ ਆ, ਸਮ ਟਾਈਮ ਟਿਊਬੂਲਰ ਵੀ ਹੋ ਸਕਦੇ ਆ। ਬਾਰ ਕੰਡਕਟਰ ਕਾਪਰ ਬਾਰਸ
ਸਪੋਰਟਡ ਵੀ ਹੋ ਸਕਦੀਆਂ। ਬੇਅਰ ਕਾਪਰ ਬਾਰ ਸਪੋਰਟਡ ਔਨ ਇੰਸੂਲੇਟਰ ਦੇ ਸਪੋਰਟ ਕਰਕੇ ਆਪਾਂ ਕਾਪਰ ਬਾਰਸ ਵੀ ਯੂਜ਼ ਕਰ ਸਕਦੇ ਹਾਂ। ਕਹਿੰਦਾ ਦਾ ਆਊਟਡੋਰ ਬੱਸ ਬਾਰਸ ਆਰ ਈਦਰ ਆਫ ਦਾ ਰਿਜਿਡ ਟਾਈਪ ਔਰ ਇਹ ਸਟੇਨ ਟਾਈਪ, ਮਤਲਬ ਜਾਂ ਸਟੇਨ ਵੀ ਹੋ ਸਕਦੀਆਂ ਜਾਂ ਰਿਜਿਡ ਹੋ ਸਕਦੀ ਆ। ਆਊਟਡੋਰ ਬੱਸ ਬਾਰ ਜਿਹੜੀਆਂ ਆਪਾਂ ਆਊਟਡੋਰ ਯਾਰਡ ਦੇ ਵਿੱਚ ਬੱਸ ਬਾਰ ਲਗਾਉਂਦੇ ਹਾਂ, ਔਰ ਜਾਂ ਤਾਂ ਰਿਜਿਡ ਸੋਲਰ ਕੰਡਕਟਰਸ ਆ ਜਾਂ ਸਟੇਨ ਟਾਈਪ ਜਿਹੜਾ ਉਹ ਹੋ ਸਕਦਾ ਹੈਗਾ। ਕਹਿੰਦਾ ਇਨ ਦਾ ਰਿਜਿਡ ਟਾਈਪ ਪਾਈਪਸ ਆਰ ਯੂਜ਼ਡ ਫॉर ਮੇਕਿੰਗ ਕਨੈਕਸ਼ਨ ਅਮੰਗ ਵੇਰੀਅਸ ਇਕਵਿਪਮੈਂਟ, ਮਤਲਬ ਪਾਈਪਸ ਜਿਹੜੇ ਆ ਰਿਜਿਡ ਦੇ ਵਿੱਚ ਆਪਾਂ ਪਾਈਪਸ ਯੂਜ਼ ਕਰ ਲੈਂਦੇ ਹਾਂ ਤਾਂ ਕਿ ਮੇਕਿੰਗ ਕਨੈਕਸ਼ਨ ਅਮੰਗ ਦਾ ਵੇਰੀਅਸ ਇਕਵਿਪਮੈਂਟ, ਅਲੱਗ-ਅਲੱਗ ਇਕਵਿਪਮੈਂਟ ਨੂੰ ਕਨੈਕਸ਼ਨ ਦੇਣ ਲਈ। ਕਹਿੰਦਾ ਸਟੇਨ ਟਾਈਪ ਬੱਸ ਬਾਰਸ ਆਰ ਐਨ ਓਵਰਹੈਡ ਸਿਸਟਮ ਆਫ ਵਾਇਰਸ ਸਟੰਗ ਬਿਟਵੀਨ ਟੂ ਸਪੋਰਟਿੰਗ ਸਟਰਕਚਰ, ਦੋ ਸਪੋਰਟਿੰਗ ਸਟਰਕਚਰ ਦੇ ਵਿੱਚ ਆਪਾਂ ਮਤਲਬ ਇੱਕ ਜਿੱਦਾਂ ਕਹ ਲਓ ਕੰਡਕਟਰ ਲਗਾ ਦਿੰਦੇ ਹਾਂ, ਠੀਕ ਹੈ। ਸਟੇਨ ਮਤਲਬ ਲਮਕਾ ਦਿੰਦੇ ਹਾਂ ਕੰਡਕਟਰ ਨੂੰ ਓਵਰਹੈਡ, ਮਤਲਬ ਇੱਕ ਇੱਧਰ ਪੋਲ ਲਗਾਤਾ ਇੱਕ ਇੱਧਰ ਪੋਲ ਲਗਾਤਾ, ਇੰਸੂਲੇਟਰ ਲਗਾ ਕੇ ਆਪਾਂ ਇੱਕ ਕੰਡਕਟਰ ਨੂੰ ਪੂਰੇ ਦੇ ਪੂਰੇ ਕੰਡਕਟਰ ਨੂੰ ਸਿਸਟਮ 'ਚ ਲਗਾਤਾ ਤੇ ਉਹ ਬਣ ਜਾਂਦਾ ਹੈਗਾ ਬੱਸ ਬਾਰ ਕਿਹੜਾ ਸਟੇਨ ਟਾਈਪ ਬੱਸ ਬਾਰ, ਠੀਕ ਹੈ ਜੀ। ਐਂਡ ਸਪੋਰਟਡ ਸਟੇਨ ਟਾਈਪ ਇੰਸੂਲੇਟਰ ਸਿੰਸ ਦਾ ਬੱਸ ਬਾਰ ਆਰ ਰਿਜਿਡ ਸਿੰਸ ਦਾ ਬੱਸ ਬਾਰ ਆਰ ਰਿਜਿਡ ਦਾ ਕਲੀਅਰੈਂਸ ਰਿਮੇਨ ਕਾਂਸਟੈਂਟ। ਕਹਿੰਦਾ ਕਿਉਂਕਿ ਸਾਡੀ ਬੱਸ ਬਾਰ ਜਿਹੜੀ ਉਹ ਰਿਜਿਡ ਹੈਗੀ ਆ, ਮੀਨਸ ਸੋਲਿਡ ਹੈਗੀ ਹੈ, ਅਤੇ ਇਸ ਕਰਕੇ ਥਰੂ ਆਊਟ ਦਾ ਬੱਸ ਬਾਰ ਜਿਹੜੀ ਆ ਉਹ ਕਲੀਅਰੈਂਸ ਸਾਨੂੰ ਜਿਹੜੀ ਆ ਉਹ ਕਾਂਸਟੈਂਟ ਰੱਖਣੀ ਪੈਂਦੀ, ਕਿਉਂਕਿ ਕਿਸੇ ਵੇਲੇ ਵੀ ਬੱਸ ਬਾਰ ਜਿਹੜੀ ਹਿੱਲ ਕੇ ਇੱਕ ਦੂਜੇ ਨਾਲ ਜੁੜ ਸਕਦੀ ਆ, ਤਾਂ ਉਹਨਾਂ ਦੇ ਵਿੱਚ ਵੀ ਜਿਹੜਾ ਆਪਾਂ ਕਲੀਅਰੈਂਸ ਰੱਖਣੀ ਆ ਉਹ ਕਾਂਸਟੈਂਟ ਰਹਿਣੀ ਚਾਹੀਦੀ ਹੈ, ਫਿਕਸ ਰਹਿਣੀ ਚਾਹੀਦੀ ਹੈ ਕਿ ਨਾ ਬੱਸ ਬਾਰ ਹਿੱਲ ਕੇ ਸ਼ਾਰਟ ਹੋ ਜਾਵੇ। ਇਸ ਤਰ੍ਹਾਂ ਇਹ ਬੱਸ ਬਾਰ ਅਰੇਂਜਮੈਂਟ ਹੁੰਦਾ ਹੈਗਾ। ਇਹਦੇ ਵਿੱਚ ਹੁਣ ਆਪਾਂ ਦੇਖੋ ਤੁਹਾਨੂੰ ਦਿਖਾਉਂਦੇ ਹਾਂ ਬੱਸ ਬਾਰਸ ਬਣੀਆਂ ਹੋਈਆਂ, ਦੇਖੋ ਆਹ ਜਿਹੜੇ ਦੇਖੋ ਜਿੱਦਾਂ ਇਹ ਸਟੇਨ ਟਾਈਪ ਬੱਸ ਬਾਰ ਆ ਸਟਰਕਚਰ ਬਣਿਆ ਹੋਇਆ। ਇਹਦੇ ਵਿੱਚ ਆ ਜਿਹੜਾ ਹੈਗਾ 1 2 3 ਇੰਸੂਲੇਟਰ ਲੱਗਿਆ, 1 2 3 ਇੰਸੂਲੇਟਰ ਲੱਗਿਆ, 1 2 3 ਮਤਲਬ ਜਿੰਨੀ ਲੰਬੀ ਵੱਡੀ ਬੱਸ ਬਾਰ ਸਾਰੇ ਇੰਸੂਲੇਟਰਸ ਲੱਗਿਆ। ਅਤੇ ਇਹਦੇ ਬਾਅਦ ਆ ਦੇਖੋ ਜਿੱਥੇ ਮੇਰਾ ਕਰਸਰ ਜਾ ਰਿਹਾ ਇਹਦੇ ਨਾਲ ਇੱਕ ਆਹ ਅਤੇ ਆਹ ਇਹ ਆ ਬੱਸ ਬਾਰਸ, ਆਹ ਸਪੋਰਟਿੰਗ ਸਟਰਕਚਰ। ਮੈਂ ਡਾਇਗਰਾਮ ਵੱਡੀ ਕਰਦਾ ਥੋੜ੍ਹੀ ਜਿਹੀ, ਇੱਕ ਮਿੰਟ ਸੌਰੀ। ਆਖੋ ਹੁਣ ਆਹ ਹੈ ਸਪੋਰਟਿੰਗ ਸਟਰਕਚਰ, ਆਹ ਜਿਹੜਾ ਪੋਲ ਲੱਗਾ ਹੋਇਆ ਇੱਧਰਲੇ ਪਾਸੇ ਸਪੋਰਟਿੰਗ ਸਟਰਕਚਰ ਲੱਗਾ ਬਣਾਇਆ ਹੋਇਆ ਹੈ ਪੂਰਾ, ਕੰਡਕਟਰਸ ਇੰਸੂਲੇਟਰਸ ਅਤੇ ਆਹ ਕੰਡਕਟਰ। ਇਹ ਬੱਸ ਬਾਰ ਅਰੇਂਜਮੈਂਟ ਹੁੰਦਾ ਸਾਡਾ ਜਿੱਥੇ ਸਾਡਾ ਡਿਸਟ੍ਰੀਬਿਊਸ਼ਨ ਸਬ ਸਟੇਸ਼ਨ ਬਣਿਆ ਹੁੰਦਾ ਹੈਗਾ। ਬੱਸ ਬਾਰ ਤੋਂ ਬਾਅਦ ਆ ਗਿਆ ਦੇਖੋ ਕਪੈਸਿਟਰ ਬੈਂਕ। ਕਪੈਸਿਟਰ ਬੈਂਕ ਹੁੰਦਾ ਕਿ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਲਈ, ਕਿਉਂਕਿ ਇੰਡਕਟਿਵ ਡਿਵਾਈਸਿਸ ਲੱਗੀਆਂ ਹੁੰਦੀਆਂ ਸਾਡੇ ਟਰਾਂਸਫਾਰਮਰ ਵਗੈਰਾ ਆਲਟਰਨੇਟਰਸ ਵਗੈਰਾ, ਜਿੱਥੇ ਸਬ ਸਟੇਸ਼ਨ ਉੱਥੇ ਖਾਸ ਤੌਰ 'ਤੇ ਜਿਹੜੀਆਂ ਟਰਾਂਸਫਾਰਮਰ ਜਿਹੜੇ ਲੱਗੇ ਹੁੰਦੇ ਉਹ ਜਿਹੜੇ ਆ ਇੰਡਕਟਿਵ ਡਿਵਾਈਸਿਸ ਹੁੰਦੀਆਂ, ਉਹ ਜਿਹੜੀਆਂ ਇੰਡਕਟਿਵ ਡਿਵਾਈਸਿਸ ਦੇ ਵਿੱਚ ਜਿਹੜੀ ਆਪਣੀ ਪਾਵਰ ਫੈਕਟਰ ਆ ਉਹ ਘੱਟ ਜਾਂਦਾ। ਹੁਣ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਲਈ ਆਪਾਂ ਕਪੈਸਿਟਰ ਬੈਂਕ ਜਿਹੜੇ ਆ ਲਗਾਉਂਦੇ ਆ। ਕਹਿੰਦਾ ਇਹਨੂੰ ਮੈਂ ਥੋੜ੍ਹਾ ਜਿਹਾ ਵੱਡਾ ਕਰ ਲਵਾਂ, ਸੌਰੀ ਪਹਿਲਾਂ ਇੱਕ ਮਿੰਟ। ਹੁਣ ਦੇਖੋ ਕੀ ਆ ਕਪੈਸਿਟਰ ਬੈਂਕ ਕੀ ਚੀਜ਼ ਨੇ ਇਹ। ਕਹਿੰਦਾ ਇਟ ਇਜ਼ ਏ ਸੀਰੀਜ਼ ਪੈਰਲਲ ਕੰਬੀਨੇਸ਼ਨ, ਸੀਰੀਜ਼ ਦੇ ਵਿੱਚ ਜੋੜ ਕੇ ਅਗਾਂਹ ਪੈਰਲਲ 'ਚ ਜੁੜੇ ਹੋਏ। ਕਹਿੰਦਾ combination of capacitors required to improve power factor of the system। ਕਹਿੰਦਾ ਪਾਵਰ ਫੈਕਟਰ ਸਿਸਟਮ ਨੂੰ ਇੰਪਰੂਵ ਕਰਨ ਲਈ ਆਪਾਂ ਜਿਹੜੇ ਆ ਕਪੈਸਿਟਰਸ ਆ ਉਹਨਾਂ ਨੂੰ ਸੀਰੀਜ਼ ਪੈਰਲਲ ਕਨੈਕਸ਼ਨ ਬਣਾਇਆ ਹੁੰਦਾ ਹੈਗਾ, ਅਤੇ ਉਹ ਆਪਾਂ ਨੂੰ ਲਗਾਉਂਦੇ ਹੈਗੇ ਸਪਲਾਈ ਨਾਲ। ਦੇ ਐਕਟ ਐਜ਼ ਰਿਐਕਟਿਵ ਪਾਵਰ ਜਨਰੇਟਰਸ। ਹੁਣ ਰਿਐਕਟਿਵ ਪਾਵਰ ਬਣੇਗੀ, ਰਿਐਕਟਿਵ ਪਾਵਰ ਜਨਰੇਟਰਸ ਹੁੰਦੇ ਆ, ਮਤਲਬ ਜਿਹੜਾ ਕਰੰਟ ਲੈਂਦੇ ਆ ਇਹ ਲੀਡਿੰਗ ਕਰਨ ਲੈਂਦੇ ਆ ਸਪਲਾਈ ਤੋਂ, ਇਹ ਬਣ ਗਏ ਰਿਐਕਟਿਵ ਪਾਵਰ ਜਨਰੇਟਰਸ ਐਂਡ ਪ੍ਰੋਵਾਈਡ ਦਾ ਨੀਡ ਰਿਐਕਟਿਵ ਪਾਵਰ ਆਫ ਅਕੰਪਲਿਸ਼, ਠੀਕ ਹੈ, ਐਕਟਿਵ ਪਾਵਰ ਆਫ ਦਾ ਸਰਕਟ, ਮਤਲਬ ਕੰਪੇਨ ਕਰਦੇ ਹੈਗੇ ਆ, ਮਤਲਬ ਜਿਹੜੀ ਰਿਐਕਟਿਵ ਪਾਵਰ ਅਤੇ ਐਕਟਿਵ ਪਾਵਰ ਦੇ ਨੂੰ ਉਹ ਕੰਪਲੀਟ ਮਤਲਬ ਕੰਟਰੋਲ ਕਰਦੇ ਹੈਗੇ ਆ, ਤਾਂ ਕਿ ਜਿਹੜਾ ਸਾਡਾ ਪਾਵਰ ਫੈਕਟਰ ਉਹ ਇੰਪਰੂਵ ਹੋ ਜਾਵੇ। ਕਹਿੰਦਾ ਦਿਸ ਰਿਡਿਊਸਿਸ ਦਾ ਅਮਾਊਂਟ ਆਫ ਰਿਐਕਟਿਵ ਪਾਵਰ ਐਂਡ ਦਸ ਟੋਟਲ ਪਾਵਰ ਆਫ ਦਾ ਡਿਮਾਂਡ। ਕਹਿੰਦਾ ਇਹ ਜਿਹੜੀ ਆ ਰਿਡਿਊਸ ਕਰਦੇ ਅਮਾਊਂਟ ਆਫ ਰਿਐਕਟਿਵ ਪਾਵਰ ਨੂੰ ਰਿਡਿਊਸ ਕਰਦੇ ਹੈਗੇ ਆ, ਅਤੇ ਉਸ ਤੋਂ ਬਾਅਦ ਕਹਿੰਦਾ ਇਹ ਟੋਟਲ ਜਿਹੜੀ ਪਾਵਰ ਹੈਗੀ ਆ KVA ਪਾਵਰ ਆ ਉਹਨੂੰ ਕੰਟਰੋਲ ਕਰਦੇ ਹੈਗੇ ਆ। ਠੀਕ ਹੈ ਜੀ, ਇਹ ਹੈ। ਹੁਣ ਆਪਾਂ ਇੱਕ ਵਾਰੀ ਫੇਰ ਪੜ੍ਹ ਲੈਣ ਨੂੰ ਕੀ ਆ। ਕਹਿੰਦਾ ਕੈਪੈਸਿਟਰ ਬੈਂਕਸ ਕੀ ਹੈਗਾ, ਇਟ ਇਜ਼ ਏ ਸੀਰੀਜ਼ ਪੈਰਲਲ ਕੰਬੀਨੇਸ਼ਨ ਆਫ ਕੈਪੈਸਿਟਰ ਰਿਕੁਆਇਰਡ ਟੂ ਇੰਪਰੂਵ ਪਾਵਰ ਫੈਕਟਰ ਆਫ ਦਾ ਸਿਸਟਮ। ਦੇ ਐਕਟ ਐਜ਼ ਰਿਐਕਟਿਵ ਪਾਵਰ ਜਨਰੇਟਰਸ ਐਂਡ ਪ੍ਰੋਵਾਈਡ ਦਾ ਨੀਡਡ ਰਿਐਕਟਿਵ ਪਾਵਰ ਟੂ ਅਕੰਪਲਿਸ਼ ਐਕਟਿਵ ਪਾਵਰ ਆਫ ਦਾ ਸਰਕਟ। ਕਹਿੰਦਾ ਜਿੰਨੀ ਕੁ ਆਪਾਂ ਨੂੰ ਮਤਲਬ ਉਹਨੂੰ ਕੰਪਲਿਸ਼ ਕਰਨ ਲਈ, ਮਤਲਬ ਵਧੀਆ ਬਣਾਉਣ ਲਈ ਐਕਟਿਵ ਪਾਵਰ ਨੂੰ ਆਪਾਂ ਨੂੰ ਜਿੰਨੀ ਕੁ ਰਿਐਕਟਿਵ ਪਾਵਰ ਚਾਹੀਦੀ ਆ ਉਹਦੀ ਡਿਮਾਂਡ ਦੇ ਹਿਸਾਬ ਨਾਲ ਆਪਾਂ ਕੈਪੈਸਿਟਰ ਬੈਂਕਸ ਜਿਹੜੇ ਆ ਜਨਰੇਟ ਕਰ ਦਿੰਦੇ ਆ। ਕਹਿੰਦਾ ਦਿਸ ਰਿਡਿਊਸਿਸ ਦਾ ਅਮਾਊਂਟ ਆਫ ਰਿਐਕਟਿਵ ਪਾਵਰ ਐਂਡ ਦਸ ਟੋਟਲ ਪਾਵਰ KVA ਔਰ ਦਾ ਡਿਮਾਂਡ। ਕਹਿੰਦਾ ਕਿਉਂਕਿ ਆਪਾਂ ਉਸ ਹਿਸਾਬ ਨਾਲ ਇਹਨੂੰ ਰਿਐਕਟਿਵ ਪਾਵਰ ਜਿਹੜੀ ਆ ਉਹ
ਮਤਲਬ ਹੁੰਦੇ ਹੈਗੇ ਆ। ਕਹਿੰਦਾ ਉਹਦੇ ਨਾਲ ਕਹਿੰਦਾ ਰਿਐਕਟਿਵ ਪਾਵਰ ਘਟਦੀ ਹੈਗੀ ਆ, ਟੋਟਲ KVA ਜਿਹੜੇ ਆ ਇਹ ਲਗਾਉਣ ਦੇ ਨਾਲ ਘਟ ਜਾਂਦੇ। ਤੁਸੀਂ ਆਪਾਂ ਪਰਫੈਕਟ ਇੰਪਰੂਵਮੈਂਟ ਦੇ ਵਿੱਚ ਪੜ੍ਹਿਆ ਸੀਗਾ ਕਿ ਜਿੱਦਾਂ ਆਪਾਂ ਅਗਰ ਜਦੋਂ ਕੋਈ ਵੀ ਕਪੈਸਿਟਰ ਲਗਾਉਂਦੇ ਆ ਤਾਂ ਉਹ ਲੀਡਿੰਗ ਲੋਡ ਲੈਂਦਾ ਹੈਗਾ, ਅਤੇ ਜਿਹੜਾ ਇੰਡਕਟਿਵ ਲੋਡ ਹੈਗਾ ਲੈਂਦਾ ਉਹ ਲੈਗਿੰਗ ਲੋਡ ਲੈਂਦਾ। ਅਤੇ ਜਦੋਂ ਦਾ ਟੋਟਲ ਕਰੰਟ ਆਪਾਂ ਦੇਖਦੇ ਹਾਂ ਤਾਂ ਉਹਦੇ ਨਾਲ ਕੀ ਹੈ, ਜਿਹੜਾ ਮੇਨ ਕਰੰਟ ਫਿਰ ਫਲੋ ਕਰਦਾ ਹੈਗਾ ਸਰਕਟ 'ਚ, ਉਹਦਾ ਪਾਵਰ ਫੈਕਟਰ ਜਿਹੜਾ ਇੰਪਰੂਵ ਹੋ ਜਾਂਦਾ ਹੈਗਾ। ਕਹਿੰਦਾ ਦਾ ਬੈਂਕ ਸ਼ੁੱਡ ਬੀ ਪ੍ਰੋਵਾਈਡਡ ਐਜ਼ ਨੀਅਰ ਐਜ਼ ਪੋਸੀਬਲ ਟੂ ਲੋਡ। ਹੁਣ ਜਿੱਥੇ ਮਤਲਬ ਜਿਹੜਾ ਕੌਜ਼ ਹੈ, ਸਪੋਜ਼ ਕਰੋ ਟਰਾਂਸਫਾਰਮਰ ਜਿਹੜਾ ਆ ਇਹ ਕੌਜ਼ ਹੈਗਾ ਆ, ਕੌਜ਼ ਇਨ ਦਾ ਸੈਂਸ ਵੀ ਇਹ ਪਾਵਰ ਫੈਕਟਰ ਨੂੰ ਡਾਊਨ ਕਰ ਰਿਹਾ, ਤਾਂ ਆਪਾਂ ਨੀਅਰ ਟੂ ਟਰਾਂਸਫਾਰਮਰ ਆਪਾਂ ਕੋਸ਼ਿਸ਼ ਕਰਾਂਗੇ ਇਹ ਲੱਗਣ ਦੀ। ਮਤਲਬ ਜੇ ਸਪੋਜ਼ ਕਰੋ ਸਾਡਾ ਸਬਸਟੇਸ਼ਨ ਜਿਹੜਾ ਆ ਉਹਦੇ ਕਰਕੇ ਸਾਡਾ ਜਿਹੜਾ ਆ ਪਾਵਰ ਫੈਕਟਰ ਜਿਹੜਾ ਲੋ ਹੋ ਰਿਹਾ, ਤਾਂ ਆਪਾਂ ਇਹ ਜਿਹੜਾ ਪਾਵਰ ਫੈਕਟਰ ਦਾ ਇਕਵਿਪਮੈਂਟ ਹੈ ਜੀ ਮੇਨ ਜਿਹਨੂੰ ਆਪਾਂ ਕਪੈਸਿਟਰ ਬੈਂਕ ਕਹਿੰਦੇ ਆ, ਇਹ ਆਪਾਂ ਸਬਸਟੇਸ਼ਨ ਦੇ ਵਿੱਚ ਲਗਾਵਾਂਗੇ, ਨਾ ਕਿ ਜਨਰੇਟਿੰਗ ਹਾਊਸ ਦੇ ਵਿੱਚ ਲਗਾਵਾਂਗੇ। ਠੀਕ ਹੈ, ਇਸ ਤਰ੍ਹਾਂ ਕਹਿੰਦਾ ਨੀਅਰ ਜਿਹੜਾ ਐਜ਼ ਪੋਸੀਬਲ ਐਜ਼ ਲੋਡ ਦੇ ਨੀਅਰ ਹੋਣਾ ਚਾਹੀਦਾ ਹੈਗਾ। ਕਹਿੰਦਾ ਦੇਖੋ ਆ ਇੱਕ ਡਾਇਗਰਾਮ ਬਣਾਈ ਆ, ਕਪੈਸਿਟਰ ਬੈਂਕ ਦੀ ਡਾਇਗਰਾਮ ਹੈ। ਆ ਕਪੈਸਿਟਰਸ ਲੱਗੇ ਆ, ਦੇਖੋ ਸਾਰੇ ਜਿੰਨੇ ਵੀ ਆ ਲੱਗੇ ਬਣੇ ਹੋਏ ਆ, ਇਹ ਕਪੈਸਿਟਰਸ ਲੱਗੇ ਹੋਏ ਆ। ਆ ਕਹਿੰਦਾ ਟ੍ਰਿਗਰਡ 에ਅਰ ਗੈਪ ਹੈਗਾ ਦਿੱਤਾ ਹੋਇਆ, ਮੇਨਟੇਨ ਕਰਕੇ ਰੱਖਿਆ ਵੀ 에ਅਰ ਗੈਪ ਕਿੰਨਾ ਦੇਣਾ ਹੈਗਾ ਇਹਦੇ ਵਿੱਚ। ਫਾਸਟ ਬਾਏ ਪੌਜ਼ ਪ੍ਰਾਇਓਰਟੀ ਕਲੋਜ਼ ਸਵਿਚ, ਇਹ ਮਤਲਬ ਕਲੋਜ਼ ਔਨ ਆਫ ਸਵਿਚ ਹੈਗਾ ਜੇ ਆਪਾਂ ਜਿੰਨਾ ਕਰਨਾ ਹੈਗਾ। ਅਤੇ ਇੱਧਰਲੇ ਪਾਸੇ ਮੈਟਲ ਆਊਟਸਾਈਡ ਵੇਰੀਏਟਰਸ ਲੱਗੇ ਹੋਏ ਆ ਜਿਹੜੇ ਜਿਹਨਾਂ ਆਪਾਂ ਕਪੈਸਿਟਰ ਬੈਂਕ ਦੇ ਵਿੱਚ ਆ ਜਿਹੜੇ ਆਹ ਵਾਲਾ ਪੋਰਸ਼ਨ ਜਿਹੜਾ ਹੈਗਾ। ਠੀਕ ਹੈ, ਇੱਕ ਟਿਪੀਕਲ ਮਤਲਬ ਕਪੈਸਿਟਰ ਬੈਂਕ ਦਾ ਡਾਇਗਰਾਮ ਜਿਹੜੀ ਸਿੱਧੀ ਫੋਟੋ ਖਿੱਚ ਕੇ ਲਗਾਈ ਹੋਈ ਹੈ, ਟਿਪੀਕਲ ਕਪੈਸਿਟਰ ਬੈਂਕ ਜਿਹੜਾ ਸਬਸਟੇਸ਼ਨ ਦੇ ਉੱਤੇ ਲਗਾਇਆ ਹੋਇਆ। ਹੁਣ ਆ ਗਿਆ ਦੇਖੋ ਅਰਥਿੰਗ। ਅਰਥਿੰਗ ਕਾਹਦੇ ਲਈ ਕਰਦੇ ਆ? ਕਹਿੰਦਾ ਅਰਥਿੰਗ ਕੀ ਚੀਜ਼ ਆ? ਪ੍ਰੋਵੀਜ਼ਨ ਆਫ ਐਨ effective, durable and dependable earthing in a substation and switching station is very important for the safety of operating personnel as well as electrical devices. ਅਰਥਿੰਗ ਸਾਡੇ ਆਪਣੇ ਇਲੈਕਟ੍ਰੀਕਲ ਇੰਜੀਨੀਅਰਿੰਗ ਜਿਹੜੇ ਆ ਇਹਨਾਂ ਸਟੂਡੈਂਟਸ ਲਈ ਅਰਥਿੰਗ ਸਮਝਣਾ ਬਹੁਤ ਜ਼ਰੂਰੀ। ਕਹਿੰਦਾ ਅਰਥਿੰਗ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ, ਕਿਉਂਕਿ ਇੱਕ ਤਾਂ ਹਿਊਮਨ ਬੀਇੰਗ ਨੂੰ ਸ਼ੌਕ ਤੋਂ ਬਚਾਉਂਦੀ ਆ, ਅਤੇ ਦੂਜੀਆਂ ਸਾਡੀਆਂ ਇਲੈਕਟ੍ਰੀਕਲ ਡਿਵਾਈਸਿਸ ਜਿੰਨੀਆਂ ਵੀ ਲੱਗੀਆਂ ਹੁੰਦੀਆਂ ਉਹ ਜਿਹੜੀਆਂ ਉਹਨਾਂ ਨੂੰ ਸੇਫ ਰੱਖਦੀ ਹੈਗੀ ਆ। ਤਾਂ ਕਹਿੰਦਾ ਵੋਲਟੇਜ ਲੈਵਲ ਡੂ ਨਾਟ ਰਾਈਜ਼ ਅਬਵ ਟੋਲਰੇਬਲ ਥ੍ਰੈਸ਼ਹੋਲਡ ਐਂਡ ਦੈਟ ਦਾ ਅਰਥਿੰਗ ਕਨੈਕਸ਼ਨ ਇਜ਼ ਟੂ ਡੈਸੀਪੇਟ ਦਾ ਫਾਲਟ ਆਫ ਦਾ ਅਰਥ। ਕਹਿੰਦਾ ਮਤਲਬ ਆਪਾਂ ਵੋਲਟੇਜ ਲੈਵਲ ਜਿਹੜਾ ਉਹ ਜ਼ਿਆਦਾ ਵਧਣ ਨਹੀਂ ਦਿੰਦੇ ਹੈਗੇ, ਟੋਲਰੇਬਲ ਮਤਲਬ ਪੋਜੀਸ਼ਨ ਵਿੱਚ ਰੱਖਦੇ ਹੈਗੇ ਆ, ਅਤੇ ਆਪਾਂ ਜਿਹੜਾ ਉਹਨੂੰ ਡੈਸੀਪੇਟ ਕਰਦੇ ਆ ਅਰਥ ਜਿਹੜਾ ਆ ਫਾਲਟ ਜਿਹੜਾ ਆ ਫਾਲਟ ਟੂ ਅਰਥ, ਮਤਲਬ ਜਿਹੜਾ ਫਾਲਟ ਹੈ ਉਹਨੂੰ ਅਰਥ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਕੇ ਇਹ ਜਿਹੜਾ ਅਰਥਿੰਗ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਅਰਥਿੰਗ ਐਜ਼ ਏ ਵੈਰੀ ਲੋ ਰਜਿਸਟੈਂਸ, ਜਿਹੜੀ ਅਰਥਿੰਗ ਦੀ ਰਜਿਸਟੈਂਸ ਆ ਉਹ ਲੋ ਹੋਣੀ ਚਾਹੀਦੀ, ਬਹੁਤ ਕਹਿ ਲਓ 0.1 ਓਮ ਹੋਣੀ ਚਾਹੀਦੀ ਹੈ, 0.1 to 1 ਓਮ। ਠੀਕ ਹੈ ਜੀ। ਅਰਥਿੰਗ ਹੈਜ਼ ਏ ਵੈਰੀ ਲੋ ਰਜਿਸਟੈਂਸ ਐਂਡ ਕਨੈਕਟਸ ਦਾ ਇਲੈਕਟ੍ਰੀਕਲ ਇਕਵਿਪਮੈਂਟ ਟੂ ਦਾ ਜਨਰਲ ਮਾਸ ਆਫ ਅਰਥ। ਦੇਖੋ ਡਾਇਗਰਾਮ 'ਚ ਦਿਖਾਇਆ, ਆ ਥੱਲੇ ਸਾਰਾ ਅਰਥ ਕੀਤਾ ਹੋਇਆ, ਸਾਰਾ ਆ ਮਤਲਬ ਆਪਣਾ ਯਾਰਡ ਹੈਗਾ, ਯਾਰਡ ਦੇ ਥੱਲੇ ਪਾਸੇ ਅਰਥਿੰਗ ਕੀਤੀ ਹੋਈ ਹੈ। ਦੇਖੋ 1 2 3 ਜਾਂ 3-4 ਜਗ੍ਹਾ ਤੋਂ ਅਰਥਿੰਗ ਕੀਤਾ ਹੋਇਆ। ਰਿਮੋਟ ਅਰਥ ਲਗਾਇਆ, ਇੱਧਰ ਵੀ ਰਿਮੋਟ ਅਰਥ ਹੈਗਾ 2 ਪਾਸੇ। ਠੀਕ ਹੈ ਜੀ। ਅਤੇ ਸਾਰੀਆਂ ਅਰਥਿੰਗ ਕੀਤੀ ਹੋਈ ਹੈ ਤਾਂ ਕਿ ਹਿਊਮਨ ਬੀਇੰਗ ਜਿਹੜੇ ਉੱਪਰ ਕੰਮ ਕਰ ਰਹੇ ਬੰਦੇ ਉਹ ਸੇਫ ਰਹਿਣ, ਅਤੇ ਪਲੱਸ ਜਿਹੜੀ ਆ ਸਾਡਾ ਇਕਵਿਪਮੈਂਟ ਲੱਗਾ ਹੈਗਾ ਇਹ ਸੇਫ ਰਹੇ। ਕਹਿੰਦਾ ਟਰਾਂਸਫਰ ਵੋਲਟੇਜ, ਇੱਥੋਂ ਵੋਲਟੇਜ ਟਰਾਂਸਫਰ ਹੁੰਦੀ ਹੈਗੀ ਆ, ਮੈਸ਼ ਵੋਲਟੇਜ ਆ ਗਈ ਆ, ਟੱਚ ਵੋਲਟੇਜ ਅਗਰ ਹੋਵੇ ਕੋਈ ਮਤਲਬ ਇੱਦਾਂ, ਫਿਰ ਸਟੈਪ ਵੋਲਟੇਜ ਕੋਈ ਤੁਰਿਆ ਫਿਰਦਾ ਜਾ ਰਿਹਾ ਉਹ ਵੋਲਟੇਜ। ਠੀਕ ਹੈ ਨਾ, ਮੈਟਲ ਟੂ ਮੈਟਲ ਟੱਚ ਵੋਲਟੇਜ ਕੋਈ ਅਗਰ ਆਪਾਂ ਦੋਨਾਂ ਨੂੰ ਆਪਸ 'ਚ ਟੱਚ ਕਰੀਏ, ਇਹ ਸਾਰੀ ਸੇਫਟੀ ਜਿਹੜੀ ਹੈ ਇਹ ਸਾਨੂੰ ਅਰਥਿੰਗ ਦਿੰਦੀ ਹੈਗੀ ਆ, ਸਾਰੀ ਦੀ ਸਾਰੀ ਸੇਫਟੀ ਜਿਹੜੀ ਹੈ ਸਾਨੂੰ ਅਰਥਿੰਗ ਦੇ ਰਹੀ ਹੈਗੀ ਆ। ਅਤੇ ਐਂਡ ਵਿੱਚ ਲਾਸਟ ਵਨ ਇਜ਼ ਦਾ ਫੈਂਸਿੰਗ ਅਰੇਂਜਮੈਂਟ। ਫੈਂਸਿੰਗ ਅਰੇਂਜਮੈਂਟ ਜਿਹੜਾ ਕਹਿੰਦਾ ਕਿ ਆਪਾਂ ਦੇਖੋ ਬਾਹਰਲੇ ਪਾਸੇ ਸਾਰੀ ਜਾਲੀ ਲੱਗੀ ਹੋਈ ਆ, ਇੱਧਰਲੇ ਪਾਸੇ ਅੰਦਰਲੇ ਪਾਸੇ ਯਾਰਡ ਆ, ਆਊਟਸਾਈਡ ਆ, ਕੋਈ ਬਾਹਰੋਂ ਕੋਈ ਮਤਲਬ ਐਨੀਮਲ ਵਗੈਰਾ ਜਾਂ ਕੋਈ ਹਿਊਮਨ ਬੀਇੰਗ ਅੰਦਰ ਇੱਕਦਮ ਵੜ ਨਾ ਜਾਵੇ। ਸਾਡੇ ਸਬਸਟੇਸ਼ਨ ਦੇ ਵਿੱਚ ਸੇਫਟੀ ਰੱਖਣ ਲਈ ਆਪਾਂ ਇਹ ਫੈਂਸਿੰਗ ਕਰਦੇ ਹਾਂ। ਫੈਂਸਿੰਗ ਪ੍ਰੋਵਾਈਡਡ ਐਟ ਆਊਟਡੋਰ ਸਬਸਟੇਸ਼ਨ ਯਾਰਡ ਫॉर ਰਿਸਟ੍ਰਿਕਟਿੰਗ ਐਂਟਰੀ ਆਫ ਅਨਆਥੋਰਾਈਜ਼ਡ ਪਰਸਨ ਐਂਡ ਲਾਈਵ ਸਟਾਕ। ਮਤਲਬ ਕੋਈ ਵੀ ਜੀਂਦੀ ਵਸਤੂ, ਕੋਈ ਅਨਆਥੋਰਾਈਜ਼ਡ ਪਰਸਨ ਜਿਹੜਾ ਉਹ ਇਹਦੇ 'ਚ ਐਂਟਰ ਨਾ ਕਰ ਸਕੇ, ਉਹਦੇ ਕਰਕੇ ਆਪਾਂ ਫੈਂਸਿੰਗ ਲਗਾਉਂਦੇ। ਪੂਰੇ ਯਾਰਡ ਦੇ ਆਲੇ ਦੁਆਲੇ ਆਪਾਂ ਫੈਂਸਿੰਗ ਲਗਾਈ ਹੁੰਦੀ ਆ। ਇਟ ਮਸਟ ਬੀ ਅਰਥ ਗਰਾਊਂਡਡ ਸੈਪਰੇਟਲੀ। ਇਹਨੂੰ ਵੀ ਆਪਾਂ ਅਰਥ ਵੀ ਕਰਦੇ ਹਾਂ, ਸਬਸਟੇਸ਼ਨ ਨੂੰ ਅਰਥ ਕਰਨਾ ਹੈਗਾ ਨਾ, ਇਹਨੂੰ ਨਾਲ ਲੱਗਦਾ ਅਲੱਗ ਅਰਥ ਕਰਨਾ ਹੈਗਾ। ਹਾਈਟ ਆਫ ਫੈਂਸਿੰਗ ਨਾਰਮਲੀ ਸ਼ੁੱਡ ਨਾਟ ਬੀ ਲੈਸ ਦੈਨ 1.8 ਮੀਟਰ। 1.8 ਮੀਨਸ ਘੱਟੋ ਘੱਟ ਨਹੀਂ 4-5 ਫੁੱਟ ਹੋਣੀ ਚਾਹੀਦੀ ਹੈ। ਇਸ ਤੋਂ ਜ਼ਿਆਦਾ ਵੀ ਆਪਾਂ ਫੈਂਸਿੰਗ ਕਰੋ ਅਕੋਰਡਿੰਗ ਟੂ ਰਿਕੁਆਇਰਮੈਂਟ। ਫੈਂਸਿੰਗ ਸ਼ੁੱਡ ਬੀ ਪੇਂਟਡ ਵੰਸ ਇਨ ਅ ਈਅਰ ਬਾਏ ਸੂਟੇਬਲ ਪੇਂਟ, ਮਤਲਬ ਡੈਕੋਰੇਸ਼ਨ ਲਈ ਵੀ ਪਲੱਸ ਉਹਦੀ ਸੇਫਟੀ ਲਈ ਜਿਹੜੀ ਆਪਾਂ ਫੈਂਸ ਲਗਾਈ ਹੋਈ ਆ
ਜਾਲੀ ਲਗਾਈ ਆ, ਕਿਉਂਕਿ ਲੋਹੇ ਦੀ ਹੋਏਗੀ, ਉਹਨੂੰ ਸੇਵ ਕਰਨ ਲਈ, ਉਹਦੀ ਲਾਈਫ ਵਧਾਉਣ ਲਈ, ਤੇ ਉਹਨੂੰ ਆਪਾਂ ਸੇਵ ਕਰਨ ਲਈ ਆਪਾਂ ਕਹਿੰਦੇ ਉਹਨੂੰ ਸਾਲ 'ਚ ਇੱਕ ਵਾਰੀ ਘੱਟੋ ਘੱਟ ਪੇਂਟ ਜ਼ਰੂਰ ਹੋਣਾ ਚਾਹੀਦਾ ਗਾ। ਇਹ ਸੀ ਤੁਹਾਡਾ ਟੌਪਿਕ ਅੱਜ ਦਾ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਡਿਸਟ੍ਰੀਬਿਊਸ਼ਨ ਪੈਨਲ ਬੋਰਡ। ਇਹ ਪੈਨਲ ਬੋਰਡ ਆ ਜਿਹੜਾ ਕਿ ਅੰਦਰ ਆਪਾਂ ਜਿੱਥੇ ਕੰਟਰੋਲ ਕਰਨਾ ਸਾਰਾ, ਇਹਦੇ ਵਿੱਚ ਰਿਲੇਜ਼ ਲੱਗੀਆਂ ਹੁੰਦੀਆਂ ਹੈਗੀਆਂ, ਸਵਿਚਿੰਗ ਲੱਗੀ ਹੁੰਦੀ ਆ, ਆਪਣਾ ਜਿਹੜੀ CT ਤੇ PT ਦੀ ਵੋਲਟੇਜ ਆ ਉਹ ਸਾਰੀ ਇਸ ਪੈਨਲ ਦੇ ਵਿੱਚ ਹੁੰਦੀ ਆ। ਇੰਸਟਰੂਮੈਂਟਸ ਲੱਗੇ ਹੁੰਦੇ, ਰੀਡਿੰਗ ਲੱਗੀ ਹੁੰਦੀ ਆ, ਰੀਡਿੰਗ ਰਿਕਾਰਡਿੰਗ ਟਾਈਪ ਮੀਟਰਸ ਲੱਗੇ ਹੁੰਦੇ ਆ, ਫਿਰ ਐਮੀਟਰ, ਵੋਲਟ ਮੀਟਰ, ਸਾਰਾ ਕੁਝ ਇਹ ਪੈਨਲ ਦੇ ਵਿੱਚ ਫਿੱਟ ਹੁੰਦਾ ਹੈ। ਕਹਿੰਦਾ ਡਿਸਟ੍ਰੀਬਿਊਸ਼ਨ ਪੈਨਲ ਬੋਰਡ ਕੰਸਿਸਟਸ ਆਫ MCC BS ਕੰਟਰੋਲ ਇਕਵਿਪਮੈਂਟ ਮੀਟਰਸ ਐਂਡ ਰਿਲੇਜ਼ ਆਰ ਹਾਊਸਡ ਇਨ ਅ ਕੰਟਰੋਲ ਰੂਮ। ਮਤਲਬ ਕੰਟਰੋਲ ਰੂਮ ਦੇ ਵਿੱਚ ਸਾਰਾ ਇਹ ਫਿਕਸ ਹੁੰਦਾ ਹੈਗਾ। ਦ ਪੈਨਲ ਫਰੇਮ ਸ਼ੁੱਡ ਬੀ ਕਨੈਕਟਡ ਟੂ ਅਰਥ ਗ੍ਰਿਡ ਬਾਏ ਐਨ ਅਰਥਿੰਗ ਕੰਡਕਟਰ। ਅਰਥਿੰਗ ਪ੍ਰੋਪਰ ਇਹਨੂੰ, ਕਿਉਂਕਿ ਲੋਹੇ ਦਾ ਬਾਕਸ ਹੁੰਦਾ, ਇਸ ਕਰਕੇ ਇਹਨੂੰ ਵੀ ਆਪਾਂ ਪ੍ਰੋਪਰ ਅਰਥਿੰਗ ਕਰਦੇ ਹਾਂ ਗ੍ਰਿਡ ਦੇ ਨਾਲ ਹੀ, ਇਹਨੂੰ ਵੀ ਅਰਥਿੰਗ ਕੀਤੀ ਜਾਂਦੀ ਆ। ਕਹਿੰਦਾ ਰਬੜ ਮੈਟ ਆਫ ਪ੍ਰਿਸਕ੍ਰਾਈਬਡ ਸਾਈਜ਼ ਐਂਡ ਕੁਆਲਿਟੀ ਸ਼ੈਲ ਲੇ ਇਨ ਫਰੰਟ ਆਫ ਪੈਨਲ। ਜਿੱਥੇ ਆਪਾਂ ਪੈਨਲ ਦੇ ਉੱਤੇ, ਜਿੱਥੇ ਜਿਹੜੇ ਆਪਰੇਟਰ ਨੇ ਤੁਰਨਾ ਹੈਗਾ, ਉਹਦੇ ਉੱਤੇ ਕਹਿੰਦਾ ਆਪਾਂ ਇੱਕ ਰਬੜ ਦਾ ਮੈਟ ਵੀ ਰੱਖਦੇ ਹਾਂ ਤਾਂ ਕਿ ਹੋਰ ਸੇਫਟੀ ਹੋ ਜਾਵੇ, ਬੰਦਾ ਡਾਇਰੈਕਟ ਸਿੱਧਾ ਅਰਥ ਨਾਲ ਕਨੈਕਟ ਵਿੱਚ ਨਾ ਆਵੇ। ਇਸ ਤਰ੍ਹਾਂ ਇਹ ਡਿਸਟ੍ਰੀਬਿਊਸ਼ਨ ਪੈਨਲ ਬੋਰਡ ਜਿਹੜਾ ਲਗਾਇਆ ਹੋਇਆ ਹੈਗਾ। ਇਹ ਸੀ ਤੁਹਾਡਾ ਸਾਰਾ ਟੌਪਿਕ। ਥੈਂਕਸ। ਮਤਲਬ ਜੇ ਆਪਾਂ ਨੂੰ ਆਊਟਲੁੱਕ ਇੱਕ ਵਾਰੀ ਤੁਸੀਂ ਦੇਖਣੀ ਹੈ ਤਾਂ ਆਪਾਂ ਇੱਥੋਂ ਸ਼ੁਰੂ ਕਰ ਸਕਦੇ ਹਾਂ। ਦੇਖੋ, ਠੀਕ ਹੈ ਜੀ। ਇਹ ਸੀ ਟੌਪਿਕ ਆਪਣਾ ਅੱਜ ਦਾ ਮੇਨ ਟੌਪਿਕ। ਕੀ ਡਾਇਗਰਾਮ, ਸਬਸਟੇਸ਼ਨ ਇਕਵਿਪਮੈਂਟ ਕੀ ਹੁੰਦਾ, ਇਹ ਲਿਸਟ ਆਫ ਸਬਸਟੇਸ਼ਨ ਦੀ ਹੈ। ਟਰਾਂਸਫਾਰਮਰਸ ਆ ਗਿਆ, ਫਿਰ ਸਰਕਟ ਬ੍ਰੇਕਰਸ ਆ ਗਏ, ਉਸ ਤੋਂ ਬਾਅਦ ਲਾਈਟਿੰਗ ਅਰੈਸਟਰਸ ਆ ਗਿਆ, ਦੇਖੋ, ਉਸ ਤੋਂ ਬਾਅਦ ਆ ਗਿਆ ਏਅਰ ਬ੍ਰੇਕਰ ਆ ਗਿਆ, ਫਿਰ ਆਈਸੋਲੇਟਰਸ ਆ ਗਏ, ਫਿਰ ਬੱਸ ਬਾਰ ਅਰੇਂਜਮੈਂਟਸ ਆ ਗਈਆਂ, ਦੇਖੋ। ਉਸ ਤੋਂ ਬਾਅਦ ਕਪੈਸਿਟਰ ਬੈਂਕ ਲਗਾਇਆ, ਦੇਖੋ, ਅਤੇ ਉਸ ਤੋਂ ਬਾਅਦ ਅਰਥਿੰਗ ਕਰ ਦਿੱਤੀ, ਅਤੇ ਇਸ ਤੋਂ ਬਾਅਦ ਆਪਾਂ ਫੈਂਸਿੰਗ ਜਿਹੜੀ ਹੈ ਸਾਈਡਾਂ 'ਤੇ ਲਗਾ ਕੇ ਸਾਡਾ ਸਬਸਟੇਸ਼ਨ ਕੰਪਲੀਟ ਹੋ ਗਿਆ, ਅਤੇ ਇਕਵਿਪਮੈਂਟ ਕੰਪਲੀਟ ਹੋ ਗਏ। ਅਤੇ ਉਸ ਤੋਂ ਬਾਅਦ ਲਾਸਟ ਵਨ ਇਜ਼ ਦਾ ਪੈਨਲ ਜਿਹੜੇ ਆਪਾਂ ਅੰਦਰ ਪੈਨਲ ਬੋਰਡਸ ਲਗਾਏ ਹੋਏ ਆ ਉਹ ਹੋ ਗਏ, ਠੀਕ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲੈਕਚਰ ਅਟੈਂਡ ਕੀਤਾ।